सत श्री अकाल जी दा खालस टीवी देखने वाले देश दुनिया के साढ़े सारे दर्शकों का बहुत बहुत स्वागत है। पंजाब ਦੀਆਂ ਵੱਡੀਆਂ खबरों के इस खास टॉप न्यूज़ बुलेटिन के नाल मैं हरशरण कौर। इस खास बुलेटिन के विच असीं तुहानूं अज दीयां यानी कि 20 मई दीयां हुण तक दीयां पंजाब दीयां सारियां वड्डियां ताज़ा ते अहम खबरां दस्सांगे। खबरां की शुरुआत तो पहला मैं हरशरण कौर निजी तौर पर माफ़ी मंगदी हां अपने सारे दर्शकों तो, क्योंकि कल बेअदबी जिहड़ी सुल्तानपुर लोधी दे विच बेअदबी वाली घटना सी, उस खबर दे विच श्री गुरु नानक साहिब दा नाम बोलण दी बजाय मैं श्री गुरु गोबिंद सिंह साहब का नाम बोलिया सी। पहले पातशाह श्री गुरु गोबिंद सिंह गलती दे नाल बोल दिता गया सी। ये नहीं कि जानकारी नहीं, आपां नूं सारिआं नूं जानकारी हुंदी है, पर कई वारी दिमाग दे विच कुछ होर चल रहा हुंदा है, क्योंकि आपां सारे इंसान हाँ, गलतियां दे पुतले हाँ, ध्यान नहीं रहिंदा ते उत्तों फिर एडिट करन वाली टीम ने भी ध्यान नहीं दिता, IT टीम ने भी ध्यान नहीं रखिया, तो गलती अगे अगे तुहाडे तक पहुँच गई। सो उहदे लई मैनूं बहुत अफसोस है। पहले पातशाह श्री गुरु नानक देव जी हन, ये सानूं सारिआं नूं पता है, पर गलती हुई है, उस दे लई अफसोस। खबरां दे विच सब तो पहली ते अहम खबर श्रोमणी गुरुद्वारा प्रबंधक कमेटी की अहम मीटिंग दे नाल जुड़ी हुई है। 20 मई नूं SGPC ਦੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਵਿੱਚ ਅਹਿਮ ਮੀਟਿੰਗ ਹੁੰਦੀ ਹੈ। ਐਗਜ਼ੈਕਟਿਵ ਦੀ ਇਸ ਮੀਟਿੰਗ ਦੇ ਉੱਤੇ ਸਾਰੇ ਮੀਡੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ, ਕਿਉਂਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਮੀਡੀਆ ਦੇ ਵਿੱਚ ਇਹ ਗੱਲ ਚੱਲ ਰਹੀ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦਾ ਮੁੱਦਾ ਇਸ ਮੀਟਿੰਗ ਦੇ ਵਿੱਚ ਖਾਸ ਤੌਰ ਤੇ ਵਿਚਾਰਿਆ ਜਾਊਗਾ, ਪਰ ਉਹ ਮੁੱਦਾ ਵਿਚਾਰਿਆ ਗਿਆ ਜਾਂ ਫਿਰ ਉਸ ਨੂੰ ਲੈ ਕੇ ਕੋਈ ਫੈਸਲਾ ਹੋਇਆ, ਇਸ ਸਾਰੀ ਖਬਰ ਵੀ ਅਸੀਂ ਤੁਹਾਨੂੰ ਦੱਸਾਂਗੇ। ਪਰ ਉਸ ਤੋਂ ਪਹਿਲਾਂ SGPC ਦੀ ਇਸ ਅੰਤਰਿਮ कमेटी की बैठक दे विच किहड़े अहम फैसले लए गए ने उस दी जानकारी भी तुहानूं दे दिंदे हां। श्रोमणी गुरुद्वारा प्रबंधक कमेटी के प्रधान एडवोकेट हरजिंदर सिंह धामी ने इन्हां सारे फैसलों की जानकारी दी। हालांकि मीटिंग की शुरुआत दे विच मरहूम साबका मुख मंत्री प्रकाश सिंह बादल नूं पंच मूल मंत्र के पाठ का जाप करके शरदा दे फुੱਲ भेंट किए गए। SGPC प्रधान धामी ने दस्सिया कि बेअदबी दीआं घटनावां नूं लैके जिहड़ा अहम फैसला है वो लिया गया। इस मीटिंग दे विच पंजाब दे विच हो रहीआं बेअदबी दीआं घटनावां नूं ध्यान दे विच रखदे होए खास तौर ते सारे मैंबरां ने विचार कीती, फैसला लिया कि SGPC जां फिर जिथे भी किते गुरुद्वारे ने, स्थानिक गुरुद्वारे ने, उत्थे एक एक पहरेदार 24 घंटिਆਂ ਦੇ ਲਈ पक्का तैनात किया जाए। सारे गुरु घरां नूं SGPC ने अपील की है, ਕਿਹਾ ਕਿ ਇਸ ਮਸਲੇ ਦੇ ਉੱਤੇ ਬੇਅਦਬੀ ਨੂੰ ਰੋਕਣ ਦੇ ਲਈ ਸਰਕਾਰਾਂ ਕੁਝ ਵੀ ਨਹੀਂ ਕਰ ਰਹੀਆਂ, ਇਸ ਕਰਕੇ ਸਾਨੂੰ ਆਪਣੇ ਪੱਧਰ ਤੇ ਹੀ ਹੁਣ ਆਪਣੇ ਅਸਥਾਨਾਂ ਦੀ ਜਿਹੜੀ ਸੁਰੱਖਿਆ ਹੈ ਉਹ ਕਰਨੀ ਪਏਗੀ। ਨਾਲ ਹੀ ਧਾਮੀ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਬੇਅਦਬੀ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ ਹੈ। ਧਾਮੀ ਨੇ ਵੀ ਦੱਸਿਆ ਕਿ ਗੁਰੂ ਘਰਾਂ ਦੀ ਸੁਰੱਖਿਆ ਦੇ ਲਈ ਸਕੱਤਰਾਂ ਦੀਆਂ ਡਿਊਟੀਆਂ ਵੀ ਲਾ ਦਿੱਤੀਆਂ ਨੇ। ਸਰਕਾਰਾਂ ਤੇ ਤਿੱਖਾ ਨਿਸ਼ਾਨਾ ਵੀ ਉਹ ਕੱਸ ਗਏ ਅਤੇ ਨਾਲ ਹੀ ਦੋਵੇਂ ਸਰਕਾਰਾਂ ਨੂੰ, ਪੰਜਾਬ ਦੀ ਸਰਕਾਰ ਨੂੰ ਅਤੇ ਸੈਂਟਰ ਦੀ ਸਰਕਾਰ ਨੂੰ, ਆਮ ਆਦਮੀ ਪਾਰਟੀ ਤੇ BJP ਦੀ ਸਰਕਾਰ ਨੂੰ ਬੇਅਦਬੀ ਕਾਨੂੰਨ ਦੇ ਵਿੱਚ ਸੋਧ ਕਰਨ ਦੀ ਵੀ ਉਹਨਾਂ ਨੇ ਅਪੀਲ ਕੀਤੀ ਹੈ। SGPC ਨੇ ਦਿੱਲੀ ਦੇ ਜੰਤਰ ਮੰਤਰ ਤੇ ਲੱਗੇ ਹੋਏ ਭਲਵਾਨਾਂ ਦੇ ਧਰਨੇ ਦੇ ਸਮਰਥਨ ਦਾ ਵੀ ਐਲਾਨ ਕੀਤਾ ਹੈ ਤੇ ਦੱਸਿਆ ਕਿ ਆਉਂਦੇ ਦਿਨਾਂ ਦੇ ਵਿੱਚ SGPC ਦਾ ਵਫਦ ਇਸ ਧਰਨੇ ਦੇ ਵਿੱਚ ਸ਼ਾਮਿਲ ਹੋਵੇਗਾ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਤੇ ਸਿੱਖਾਂ ਦੇ ਬਾਰੇ, ਸਿੱਖ ਕੌਮ ਦੇ ਬਾਰੇ ਜਿਹੜੀ ਗਲਤ ਬਿਆਨੀ ਕੀਤੀ ਜਾਂਦੀ ਹੈ ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ, ਨਫ਼ਰਤ ਫੈਲਾਉਣ ਵਾਲੇ ਲੋਕਾਂ ਦੇ ਵੱਲੋਂ, ਉਸ ਮਸਲੇ ਤੇ ਪ੍ਰਧਾਨ ਨੇ ਰੋਸਾ ਪ੍ਰਗਟ ਕਰਦਿਆਂ ਕਿਹਾ ਕਿ ਇਹ ਅਜਿਹੇ ਲੋਕਾਂ ਦੇ ਖਿਲਾਫ ਬਾਏ ਨੇਮ ਸ਼ਿਕਾਇਤਾਂ ਵੀ ਦਿੱਤੀਆਂ ਜਾਂਦੀਆਂ ਨੇ, ਪਰ ਕੋਈ ਵੀ ਕਾਨੂੰਨੀ ਕਾਰਵਾਈ ਹੈ ਜਿਹੜੀ ਉਹ ਨਹੀਂ ਹੁੰਦੀ। ਕਹਿੰਦੇ ਸਾਡਾ ਮੀਡੀਆ ਵਿੰਗ ਲਗਾਤਾਰ ਸ਼ਿਕਾਇਤਾਂ ਕਰ ਰਿਹਾ ਹੈ, ਪਰ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਤੇ ਅਸੀਂ ਸਖਤੀ ਨਾਲ ਕਹਿੰਦੇ ਹਾਂ ਕਿ ਇਹ ਵਰਤਾਰਾ ਬੰਦ ਹੋਣਾ ਚਾਹੀਦਾ ਹੈ। SGPC ਪ੍ਰਧਾਨ ਨੇ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਨਾਲ ਸੰਬੰਧਿਤ ਗੁਰਦੁਆਰਾ ਡਾਂਗਮਾਰ ਅਤੇ ਮਸ਼ੂਕਾ ਸਥਾਨ ਤੇ ਕਬਜ਼ੇ ਨੂੰ ਲੈ ਕੇ ਕਮੇਟੀਆਂ ਬਣ ਚੁੱਕੀਆਂ ਨੇ, ਯਾਨੀ ਕਿ ਇਹ ਜਿਹੜੇ ਸਥਾਨ ਨੇ ਇਹਨਾਂ ਦੇ ਉੱਤੇ ਕਿਸੇ ਹੋਰ ਨੇ ਕਬਜ਼ਾ ਕਰ ਲਿਆ ਹੈ। ਇਹਨਾਂ ਨੂੰ ਵਾਪਸ ਸਿੱਖ ਪੰਥ ਨੂੰ ਦਿਵਾਉਣ ਦੇ ਵਾਸਤੇ SGPC ਦੀ ਜਿਹੜੀ ਚਾਰਾਜੋਈ ਹੈ ਉਹ ਜਾਰੀ ਹੈ। ਕਾਨੂੰਨੀ ਲੜਾਈ ਵੀ SGPC ਲੜ ਰਹੀ ਹੈ। ਜਿਹੜਾ ਮਸ਼ੂਕਾ ਦੇ ਵਿੱਚ ਗੁਰਦੁਆਰਾ ਹੈ ਉਸ ਮਾਮਲੇ ਦੇ ਵਿੱਚ 4 ਮੈਂਬਰੀ ਕਮੇਟੀ ਜਾ ਕੇ ਸਥਾਨਕ ਸਰਕਾਰ ਦੇ ਨਾਲ ਗੱਲ ਕਰੇਗੀ। ਡਾਂਗਮਾਰ ਗੁਰੂ ਘਰ ਨੂੰ ਲੈ ਕੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਤੇ ਵੀ SGPC ਪ੍ਰਧਾਨ ਬਿਨਾਂ ਨਾਮ ਲਏ ਨਿਸ਼ਾਨਾ ਲਾ ਗਏ ਤੇ ਨਾਲ ਹੀ ਦੱਸਿਆ ਕਿ ਅਸੀਂ ਇਹ ਕੇਸ ਲੜ ਰਹੇ ਹਾਂ, ਪਰ ਕੁਝ ਲੋਕਾਂ ਨੂੰ ਬੜੀ ਕਾਹਲੀ ਹੁੰਦੀ ਹੈ ਆਪਣੇ ਨਾਮ ਤੇ ਕ੍ਰੈਡਿਟ ਲੈਣ ਦੀ। ਉਹਨਾਂ ਦੱਸਿਆ ਕਿ ਜਿਹੜਾ ਸਾਡਾ ਵਫਦ ਹੈ ਉਹ ਦਲਾਈ ਲਾਮਾ ਦੇ ਨਾਲ ਵੀ ਗੱਲ ਕਰੇਗਾ, ਤਿੱਬਤੀਆਂ ਦੇ ਜਿਹੜੇ ਧਾਰਮਿਕ ਗੁਰੂ ਨੇ। ਇਹਦੇ ਤੇ ਸਖਤ ਤੋਂ ਸਖਤ ਕਾਨੂੰਨ ਬਣਾਓ ਤਾਂ ਕਿ ਇਹੋ ਜਿਹੇ ਜਿਹੜੇ ਜੁਰਮ ਆ ਇਹਨਾਂ ਨੂੰ ਠੱਲ ਪਾਈ ਜਾ ਸਕੇ। ਉਹ ਤੋਂ ਇਲਾਵਾ ਜਿਹੜਾ ਦੂਜਾ ਸਾਡਾ एक अहम मसला कि एक पासे असी कहने कि बच्चियां दा ते मातावां दा ते भैणां दा ते बीबियां दा सत्कार बहुत करते हैं,
ਤੇ ਇਸ ਮੁਲਕ ਦੇ ਵਿੱਚ ਸਿੱਖ ਕੌਮ ਨੇ ਹਮੇਸ਼ਾ ਹੀ ਉਹਨਾਂ ਬੱਚੀਆਂ ਦੀ, ਚਾਹੇ ਬਿਫੋਰ ਪਾਰਟੀਸ਼ਨ ਸੀ, ਜਿਹੜੀਆਂ ਲੜਕੀਆਂ ਜਿਨ੍ਹਾਂ ਨਾਲ ਬੇਇਨਸਾਫੀ ਹੁੰਦੀ ਆ, ਉਹਨਾਂ ਦੀ ਸਾਰ ਨਹੀਂ ਲਈ ਜਾ ਰਹੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਵਫਦ ਸਾਡਾ ਜਿਹੜਾ ਆ, ਉਹ 2-3 ਦਿਨਾਂ ਦੇ ਵਿੱਚ ਹੀ ਉੱਥੇ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਦੇ ਉਸ ਸੰਘਰਸ਼ ਦੇ ਵਿੱਚ ਜਿਹੜਾ ਸ਼ਰੀਕ ਹੋਊਗਾ। ਤੇ ਹੁਣ ਤੁਹਾਨੂੰ ਦਿੰਨੇ ਆ ਉਹ ਜਾਣਕਾਰੀ ਜਿਸ ਨੂੰ ਸੁਣਨ ਵਾਸਤੇ ਸ਼ਾਇਦ ਤੁਸੀਂ ਵੀ ਉਡੀਕ ਰਹੇ ਹੋਵੋਗੇ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਮਸਲਾ ਕੀ ਇਸ ਮੀਟਿੰਗ ਦੇ ਵਿੱਚ ਵਿਚਾਰਿਆ ਗਿਆ। ਜਦੋਂ ਇਹ ਸਵਾਲ ਪੁੱਛਿਆ ਗਿਆ ਤਾਂ ਐਸਜੀਪੀਸੀ ਪ੍ਰਧਾਨ ਧਾਮੀ ਨੇ ਸਪਸ਼ਟ ਕੀਤਾ ਕਿ ਇਸ ਮੀਟਿੰਗ ਦਾ ਵਿਸ਼ਾ ਹੀ ਨਹੀਂ ਸੀ, ਜਥੇਦਾਰ ਸਾਹਿਬ ਦਾ ਮੁੱਦਾ ਇਸ ਮੀਟਿੰਗ ਦਾ ਵਿਸ਼ਾ ਹੀ ਨਹੀਂ ਸੀ। ਪਰ ਉਹਨਾਂ ਨੇ ਇੱਕ ਗੱਲ ਜ਼ਰੂਰ ਕਹੀ ਹੈ ਕਿ ਇੱਕ ਕਮੇਟੀ ਜ਼ਰੂਰ ਬਣਾਈ ਜਾਏਗੀ ਜੋ ਕਿ ਨਿਰਧਾਰਿਤ ਕਰੂਗੀ ਕਿ ਸਮਾਜ ਦੇ ਵਿੱਚ ਵਿਚਰਦੇ ਹੋਏ ਸਿੰਘ ਸਾਹਿਬਾਨਾਂ ਦੀ ਮਰਿਆਦਾ ਕੀ ਹੋਣੀ ਚਾਹੀਦੀ ਹੈ। ਇਹ ਕਮੇਟੀ ਜਥੇਦਾਰਾਂ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਸੰਬੰਧੀ ਵੀ ਜਿਹੜਾ ਹੈਗਾ ਨਿਯਮ ਹੈ ਉਹ ਤੈਅ ਕਰੇਗੀ ਤੇ ਇਹਨਾਂ ਨਿਯਮਾਂ ਦੇ ਉੱਤੇ ਅਮਲ ਹੈ ਜਿਹੜਾ ਉਹ ਜ਼ਰੂਰ ਕੀਤਾ ਜਾਵੇਗਾ। ਸੋ ਇਹ ਜਿਹੜਾ ਵੱਡਾ ਬਿਆਨ ਹੈ ਉਹ ਐਸਜੀਪੀਸੀ ਪ੍ਰਧਾਨ ਨੇ ਦਿੱਤਾ। ਹਾਲਾਂਕਿ ਉਹਨਾਂ ਨੇ ਇਹ ਕੋਈ ਸਪਸ਼ਟ ਨਹੀਂ ਕੀਤਾ ਕਿ ਇਹ ਕਮੇਟੀ ਕਦੋਂ ਬਣੇਗੀ, ਕਿਹਦੀ ਦੇਖ-ਰੇਖ ਦੇ ਵਿੱਚ ਬਣੇਗੀ। ਸ਼ਮੂਲੀਅਤ ਕੀਤੀ ਸੀ, ਬਹੁਤ ਸਾਰਾ ਵਿਵਾਦ ਉੱਠਿਆ ਸੀ, ਇਸ ਮੀਟਿੰਗ ਦਾ ਉਹ ਹਿੱਸਾ ਨਹੀਂ ਰਿਹਾ। ਪਰ ਕੀ ਗੱਲ ਵਿਵਾਦ ਜਾਇਜ਼ ਸੀ ਕਿ ਨਜਾਇਜ਼ ਸੀ? ਅਸੀਂ ਇੱਕ ਕਮੇਟੀ ਹਾਲੇ ਕਿਉਂਕਿ ਬਣਾਈ ਨਹੀਂ, ਬਣਾਵਾਂਗੇ, ਕਿਉਂਕਿ ਹਰ ਇੱਕ ਸਿਸਟਮ ਦਾ ਇੱਕ ਕੋਡ ਆਫ ਕੰਡਕਟ ਹੁੰਦਾ ਤੇ ਉਹ ਅਸੀਂ ਜਿਵੇਂ ਪਹਿਲਾਂ ਕਮੇਟੀਆਂ ਵਿੱਚ ਜਥੇਦਾਰ ਕਿਵੇਂ ਨਿਯੁਕਤ ਹੋਣ, ਕਿਵੇਂ ਉਹਨਾਂ ਨੂੰ ਜਿਹੜਾ ਜਿਸਲੇ ਉਹ ਸੇਵਾ ਮੁਕਤ ਕੀਤਾ ਜਾਂਦਾ, ਤੇ ਇਹਦਾ ਵੀ ਇੱਕ ਜਿਹੜਾ ਅਸੀਂ ਪਰਫਾਰਮਾ ਭਾਵੇਂ ਮਤਲਬ ਕਹਿ ਲਈਏ ਫਾਰਮਲ ਤੌਰ ਤੇ ਬਣਿਆ ਆ, ਉਹ ਵੀ ਅਸੀਂ ਬਣਾ ਕੇ ਵੀ ਫਰਦਰ ਜਿਹੜਾ ਆ ਵੀ ਸਿੰਘ ਸਾਹਿਬਾਨ ਜਿਹੜੇ ਆ ਇਹ ਵੀ ਕਿਉਂਕਿ ਸਮਾਜ ਦੇ ਵਿੱਚ ਵੀ ਰਹਿੰਦੇ ਆ ਤੇ ਇਹਨਾਂ ਦਾ ਇੱਕ ਆਪਣਾ ਮਰਿਆਦਾ ਵੀ ਆ। ਉਹ ਮਰਿਆਦਾਵਾਂ ਕਿੱਥੇ ਤੱਕ ਸੀਮਿਤ ਰਹਿਣੀਆਂ ਉਹ ਅਸੀਂ 5-7 ਦਿਨ ਦੇ ਵਿੱਚ ਸਾਰੀਆਂ ਕਮੇਟੀ ਬਣਾ ਕੇ ਸਾਰਾ ਹੀ ਧਰਮ ਪ੍ਰਚਾਰ ਦੇ ਵਿੱਚੋਂ ਉਹ ਵੀ ਅਸੀਂ ਨਿਰਧਾਰਿਤ ਕਰਾਂਗੇ। ਪਰ ਲੱਗਦਾ ਜੀ ਕਿ ਕੋਈ ਗਲਤੀ ਹੋਈ ਸੀ ਸਿੰਘ ਸਾਹਿਬ ਕੋਲ ਉੱਥੇ ਜਾ ਕੇ? ਮੈਂ ਇਹਦੇ ਬਾਰੇ ਹਾਲੇ ਕੋਈ ਕਮੈਂਟ ਨਹੀਂ ਕਰਦਾ। ਸੋ ਇਸ ਮੀਟਿੰਗ ਦੇ ਵਿੱਚ ਜਥੇਦਾਰ ਸਾਹਿਬ ਨੂੰ ਹਟਾਏ ਜਾਣ ਦਾ ਮੁੱਦਾ ਜਿਹੜਾ ਪਿਛਲੇ ਕਈ ਦਿਨਾਂ ਤੋਂ ਗਰਮਾਇਆ ਹੋਇਆ ਸੀ ਉਹ ਆਖਿਰਕਾਰ ਮੀਡੀਆ ਟ੍ਰਾਇਲ ਹੀ ਸਾਬਿਤ ਹੋਇਆ। ਕੱਲ ਅਸੀਂ ਵੀ ਇੱਕ ਖਾਸ ਰਿਪੋਰਟ ਦਿੱਤੀ ਸੀ ਜਿਸ ਦਾ ਮੁੱਖ ਜਿਹੜਾ ਅੰਸ਼ ਹੈ ਉਹ ਇਹੀ ਰੱਖਿਆ ਗਿਆ ਸੀ ਕਿ ਕੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੱਚਮੁੱਚ ਹਟਾਇਆ ਜਾ ਰਿਹਾ ਹੈ ਜਾਂ ਫਿਰ ਇਹ ਸਿਰਫ ਪਾਣੀ ਵਿੱਚ ਮਧਾਣੀ ਹੀ ਹੈ। ਇਹ ਸਿਰਫ ਇੱਕ ਜਿਹੜੀ ਹੈਗੀ ਗਿਣੀ ਮਿਥੀ ਚਰਚਾ ਚੱਲ ਰਹੀ ਹੈ ਤੇ ਉਹੀ ਸਾਬਿਤ ਹੋਇਆ ਕਿ ਹਾਲ ਦੀ ਘੜੀ ਤਾਂ ਜਥੇਦਾਰ ਸਾਹਿਬ ਦਾ ਮੁੱਦਾ ਵੀ ਮੀਟਿੰਗ ਦੇ ਵਿੱਚ ਵਿਚਾਰਿਆ ਨਹੀਂ ਗਿਆ। ਹਟਾਏ ਜਾਣ ਦਾ ਮਸਲਾ ਬੜੀ ਦੂਰ ਦੀ ਗੱਲ ਲੱਗਦੀ ਹੈ ਤੇ ਉਹੀ ਸਾਬਿਤ ਹੋਇਆ ਕਿ ਪਾਣੀ ਦੇ ਵਿੱਚ ਮਧਾਣੀ ਹੀ ਸੀ। ਮੀਟਿੰਗ ਤੋਂ ਪਹਿਲਾਂ ਐਸਜੀਪੀਸੀ ਮੈਂਬਰ ਤੇ ਐਗਜ਼ੀਕਿਊਟਿਵ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਰੰਧਾਵਾ ਨੇ ਵੀ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਇਸ ਮਸਲੇ ਤੇ ਆਪਣਾ ਜਿਹੜਾ ਪ੍ਰਤੀਕਰਮ ਦਿੱਤਾ। ਉਹਨਾਂ ਨੇ ਕਿਹਾ ਕਿ ਜਿਹੜਾ ਕਿਸੇ ਦੇ ਵੀ ਨਿੱਜੀ ਫੰਕਸ਼ਨ ਦੇ ਵਿੱਚ ਜਾਣ ਤੇ ਤਾਂ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਕੋਈ ਵੀ ਵਿਅਕਤੀ ਹੈ ਜਿਹੜਾ ਕੋਈ ਵੀ ਆਪਾਂ ਕਹਿ ਲਈਏ ਕਿਸੇ ਅਹੁਦੇ ਤੇ ਬਿਰਾਜਮਾਨ ਵਿਅਕਤੀ ਹੈ ਉਹ ਕਿਸੇ ਦੇ ਵੀ ਨਿੱਜੀ ਫੰਕਸ਼ਨ ਵਿੱਚ ਜਾ ਸਕਦਾ ਹੈ, ਉਹਦਾ ਨਿੱਜੀ ਫੈਸਲਾ ਹੈ। ਪਰ ਕਹਿੰਦੇ ਵੱਡੀ ਗੱਲ ਇੱਥੇ ਇਹ ਨੋਟ ਕਰਨ ਵਾਲੀ ਹੈ ਕਿ ਉੱਥੇ ਰਾਘਵ ਚੱਡਾ ਦੀ ਮੰਗਣੀ ਸਮਾਗਮ ਦੇ ਵਿੱਚ ਜਥੇਦਾਰ ਸਾਹਿਬ ਦੇ ਸਤਿਕਾਰ ਦੇ ਵਿੱਚ ਫਰਕ ਦੇਖਣ ਨੂੰ ਮਿਲਿਆ। ਪੰਜਾਬ ਦੇ ਮੁੱਖ ਮੰਤਰੀ ਦੀ ਗੱਡੀ ਤਾਂ ਕਹਿੰਦੇ ਕਪੂਰਥਲਾ ਹਾਊਸ ਵਿੱਚ ਸਿੱਧੀ ਅੰਦਰ ਚਲੇਗੀ, ਜਦ ਕਿ ਜਥੇਦਾਰ ਸਾਹਿਬ ਨੂੰ ਕਪੂਰਥਲਾ ਹਾਊਸ ਦੇ ਬਾਹਰ ਗੱਡੀ ਰੋਕ ਕੇ ਉਤਰਨਾ ਪਿਆ ਤੇ ਤੁਰ ਕੇ ਉਹ ਅੰਦਰ ਗਏ ਤੇ ਇੱਥੇ ਉਹਨਾਂ ਦੇ ਮਾਨ ਸਨਮਾਨ ਦਾ ਖਿਆਲ ਰੱਖਿਆ ਜਾਣਾ ਜ਼ਰੂਰੀ ਸੀ। ਜਾਂ ਤਾਂ ਇਹ ਹੁੰਦਾ ਕਿ ਸੀਐਮ ਕੋਈ ਬਹੁਤ ਵੱਡਾ ਸੰਤ ਮਹਾਤਮਾ, ਕੋਈ ਧਾਰਮਿਕ ਉਹਦਾ ਰੁਤਬਾ ਬਹੁਤ ਵੱਡਾ ਤੇ ਉਹਦੇ ਸਨਮਾਨ ਦੇ ਵਿੱਚ ਮਤਲਬ ਉਹਨਾਂ ਨੂੰ ਇਹ ਸਨਮਾਨ ਦੇਤਾ। ਹਾਲਾਂਕਿ ਜਿਹੜੇ ਪੈਰੀਂ ਹੱਥ ਲਾਉਣ ਵਾਲੇ ਨੇ ਉਹ ਆਪ ਇੱਕ ਆਪਣੇ ਆਪ ਨੂੰ ਸੰਤ ਖਵਾਉਂਦੇ ਨੇ, ਧਾਰਮਿਕ ਲਿਬਾਸ ਦੇ ਵਿੱਚ ਨੇ। ਕੋਈ ਆਮ ਬੰਦਾ ਕੋਈ ਦੁਨਿਆਵੀ ਤਾਂ ਕਰ ਦਿੰਦਾ। ਸੋ ਮੈਂ ਸਮਝਦਾ ਕਿ ਉਹਦੇ ਨਾਲ ਇਹ ਉਹਨਾਂ ਨੇ ਮਤਲਬ ਉਸ ਰੁਤਬੇ ਦਾ ਜਿਹੜਾ ਇੱਕ, ਕਿਉਂਕਿ ਉਹ ਉੱਥੋਂ ਦਾ ਸੀਐਮ ਹੈ ਤੇ ਉਹ ਉੱਥੋਂ ਦੇ ਪ੍ਰਧਾਨ ਨੇ, ਤਾਂ ਪ੍ਰਧਾਨ ਦਾ ਰੁਤਬਾ ਮੇਰੇ ਹਿਸਾਬ ਨਾਲ ਵੱਡਾ ਹੁੰਦਾ। ਹਰਿਮੰਦਰ ਸਾਹਿਬ ਦੇ ਵਿੱਚ ਆ ਜਿਹੜੀਆਂ ਕੈਮਰਿਆਂ ਦੇ ਉੱਤੇ ਟੋਟਲ ਜਿਹੜੀਆਂ ਪਾਬੰਦੀਆਂ ਲੱਗਣੀਆਂ ਚਾਹੀਦੀਆਂ ਨੇ। ਤੇ ਮੈਂ ਮੀਡੀਆ ਨੂੰ ਵੀ ਅਪੀਲ ਕਰਦਾ ਕਿ ਜਿਸ ਤਰ੍ਹਾਂ ਜਦੋਂ ਕੋਈ VIP ਆਉਂਦਾ ਤਾਂ ਸਾਰਾ ਮੀਡੀਆ ਜਿਹੜਾ ਪ੍ਰਕਰਮਾਂ ਦੇ ਵਿੱਚ ਜਦੋਂ ਨਾਲ ਤੁਰਦਾ ਹੈਗਾ ਤਾਂ ਉਸ ਵਕਤ ਜਿਹੜੀ ਸੰਗਤ ਦਾ ਵੀ ਧਿਆਨ ਉਸ ਪਾਸੇ ਨੂੰ ਹੁੰਦਾ। ਤਾਂ ਕਿਤੇ ਨਾ ਕਿਤੇ ਮਤਲਬ ਇਹ ਜਿਹੜੀ ਆ ਇਹ ਰੂਹਾਨੀਅਤ ਕੇਂਦਰ ਦੀ
ਜਿਹੜੀ ਆ ਮੈਂ ਸਮਝਦਾ ਕਿ ਉਹਦੇ ਮੁਤਾਬਕ ਇਹ ਠੀਕ ਨਹੀਂ। ਉਧਰ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਪਰਫਾਰਮੇ ਰਾਜਪਾਲ ਨੂੰ ਕਦੋਂ ਦਿੱਤੇ ਜਾਣੇ ਨੇ, ਇਸ ਬਾਰੇ ਵੀ ਉਹਨਾਂ ਨੇ ਕਿਹਾ ਕਿ ਛੇਤੀ ਕੋਈ ਨਵੀਂ ਤਰੀਕ ਮਿਲ ਜਾਏਗੀ। ਇਸ ਤੋਂ ਪਹਿਲਾਂ 2 ਤਰੀਕਾਂ ਸੀ ਜਿਹੜੀਆਂ ਉਹ ਇੱਕ ਵਾਰੀ ਤਾਂ ਐਸਜੀਪੀਸੀ ਦੀ ਅਪੀਲ ਤੇ ਰਾਜਪਾਲ ਨੇ ਮੁਲਤਵੀ ਕਰ ਦਿੱਤੀ ਸੀ ਤੇ ਇੱਕ ਵਾਰੀ ਦੂਜੀ ਵਾਰੀ ਜਿਹੜਾ ਹੈਗਾ ਰਾਜਪਾਲ ਦੇ ਵੱਲੋਂ ਇਸ ਨੂੰ ਮੁਲਤਵੀ ਕੀਤਾ ਗਿਆ। ਸੋ ਅਗਲੀ ਤਰੀਕ ਕਿਹੜੀ ਮਿਲੇਗੀ ਉਸ ਬਾਰੇ ਕਮੇਟੀ ਜਾਣਕਾਰੀ ਦੇ ਦੇਵੇਗੀ। ਗਵਰਨਰ ਪੰਜਾਬ ਕਿਉਂਕਿ ਉਦੋਂ ਬਾਦਲ ਸਾਹਿਬ ਦੇ ਸਰੀਰ ਨੂੰ ਲੈ ਕੇ ਜਾਣਾ ਸੀ ਪਿੰਡ ਨੂੰ, ਉਸ ਕਰਕੇ ਉਹਨੇ ਗਵਰਨਰ ਸਾਹਿਬ ਨੇ ਵੀ ਜਾਣਾ ਸੀ, ਉਦੋਂ ਉਹ ਰਹਿ ਗਿਆ। ਫਿਰ ਸਾਨੂੰ 18 ਤਰੀਕ ਮਿਲੀ ਸੀ ਤੇ ਅਸੀਂ 18 ਨੂੰ ਉਹਦੇ ਲਈ ਤਿਆਰੀਆਂ ਵੀ ਆਰੰਭ ਲਈਆਂ ਸੀ, ਪਰ 17 ਨੂੰ ਫਿਰ ਸਾਨੂੰ ਗਵਰਨਰ ਹਾਊਸ ਤੋਂ ਟੈਲੀਫੋਨ ਆ ਗਿਆ ਸੀ ਵੀ ਗਵਰਨਰ ਸਾਹਿਬ ਦੇ ਕੋਈ ਜ਼ਰੂਰੀ ਰੁਝੇਵੇਂ ਕੱਲ ਦੇ ਪੈ ਗਏ। ਹੁਣ ਅਸੀਂ ਅਗਲੀ ਤਰੀਕ ਜਿਹੜੀ ਆ ਉਹ ਉਡੀਕਣ ਡਏ ਆ ਤੇ ਨਾਲ ਦੀ ਨਾਲ ਅਸੀਂ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਵੀ ਅਪਰੋਚ ਕਰ ਰਹੇ ਆ, ਉਹਨਾਂ ਨੂੰ ਵੀ ਈਮੇਲ ਕੀਤੀ ਆ ਵੀ ਉਹਨਾਂ ਨੂੰ ਵੀ ਅਸੀਂ ਇਹ ਜਾ ਕੇ ਬੰਦੀ ਸਿੰਘਾਂ ਦੀ ਰਿਹਾਈ ਬਾਬਤ ਉਹ ਜਿਹੜੀ ਰਿਪਰੈਜ਼ੈਂਟੇਸ਼ਨ ਜਿਹੜੀ ਆ ਇਹ 26 ਲੱਖ ਜਿਹੜੇ ਲੋਕਾਂ ਨੇ ਸਾਈਨ ਕੀਤੇ ਆ ਉਹਨਾਂ ਦੇ ਵੀ ਜਿਹੜੀ ਆ ਉਹ ਸਪੋਰਟ ਕੀਤੀ ਆ। 1984 ਦਿੱਲੀ ਸਿੱਖ ਕਤਲੇਆਮ ਦੇ ਨਾਲ ਜੁੜੀ ਇੱਕ ਵੱਡੀ ਖਬਰ 39 ਸਾਲਾਂ ਬਾਅਦ ਆਈ ਹੈ, ਜਿਸ ਨੂੰ ਸੁਣ ਕੇ ਲੋਕ ਇਹੀ ਕਹਿ ਰਹੇ ਨੇ ਕਿ ਰੱਬ ਦੇ ਘਰ ਦੇਰ ਤਾਂ ਜ਼ਰੂਰ ਹੁੰਦੀ ਹੈ ਪਰ ਹਨੇਰ ਨਹੀਂ ਹੁੰਦਾ। ਦਰਅਸਲ ਦਿੱਲੀ ਸਿੱਖ ਕਤਲੇਆਮ ਦੇ ਇੱਕ ਦੋਸ਼ੀ ਤੇ ਕਾਂਗਰਸੀ ਲੀਡਰ ਜਗਦੀਸ਼ ਟਾਈਟਲਰ ਦੇ ਖਿਲਾਫ ਸੀਬੀਆਈ ਨੇ ਚਾਰਜਸ਼ੀਟ ਦਾਖਲ ਕੀਤੀ ਹੈ। ਸੀਬੀਆਈ ਨੇ 1984 ਦੇ ਸਿੱਖ ਕਤਲੇਆਮ ਨਾਲ ਸੰਬੰਧਿਤ ਦਿੱਲੀ ਦੇ ਪੁਲ ਬੰਗਸ਼ ਮਾਮਲੇ ਦੇ ਵਿੱਚ ਕਾਂਗਰਸੀ ਲੀਡਰ ਜਗਦੀਸ਼ ਟਾਈਟਲਰ ਦੇ ਖਿਲਾਫ ਜਿਹੜਾ ਚਲਾਨ ਪੇਸ਼ ਕੀਤਾ ਹੈ, ਉਹਦੇ ਵਿੱਚ ਕਿਹਾ ਗਿਆ ਕਿ 1 ਨਵੰਬਰ 1984 ਨੂੰ ਟਾਈਟਲਰ ਨੇ ਪੁਲ ਬੰਗਸ਼ ਦੇ ਗੁਰਦੁਆਰਾ ਆਜ਼ਾਦ ਮਾਰਕੀਟ ਦੇ ਵਿੱਚ ਭੀੜ ਨੂੰ ਭੜਕਾਇਆ ਸੀ, ਜਿਸ ਤੋਂ ਬਾਅਦ ਭੀੜ ਨੇ ਗੁਰੂ ਘਰ ਨੂੰ ਸਾੜ ਦਿੱਤਾ ਸੀ ਅੱਗ ਲਾ ਕੇ ਤੇ 3 ਨੌਜਵਾਨ ਸਿੱਖ ਠਾਕੁਰ ਸਿੰਘ, ਬਾਦਲ ਸਿੰਘ ਅਤੇ ਗੁਰਚਰਨ ਸਿੰਘ ਦਾ ਕਤਲ ਕਰ ਦਿੱਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਨੇ ਟਾਈਟਲਰ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 147, ਦੰਗੇ ਭੜਕਾਉਣ ਦੀ ਧਾਰਾ 119, ਉਕਸਾਉਣ ਦੀ 302, ਕਤਲ ਦੀ ਧਾਰਾ ਇਹਦੇ ਤਹਿਤ ਦੋਸ਼ ਲਾਏ ਗਏ ਨੇ ਤੇ 2 ਜੂਨ ਨੂੰ ਇਹਨਾਂ ਦੋਸ਼ਾਂ ਤੇ ਅਦਾਲਤ ਵਿਚਾਰ ਕਰੇਗੀ। ਦੋਸ਼ ਜਦੋਂ ਸਿੱਧ ਹੋ ਜਾਂਦੇ ਨੇ ਉਸ ਤੋਂ ਬਾਅਦ ਕਾਨੂੰਨੀ ਪ੍ਰਕਿਰਿਆ ਦੇ ਮੁਤਾਬਿਕ ਅਦਾਲਤ ਦੋਸ਼ਾਂ ਦੀ ਸਜ਼ਾ ਸੁਣਾਉਂਦੀ ਹੈ, ਸਜ਼ਾ ਦਾ ਐਲਾਨ ਕੀਤਾ ਜਾਂਦਾ ਹੈ। ਸੋ ਲੱਗਦਾ ਹੈ ਕਿ ਇੰਨੇ ਸਾਲਾਂ ਬਾਅਦ ਇਨਸਾਫ ਦੀ ਉਡੀਕ ਕਰਦੇ ਕਰਦੇ ਕਈ ਲੋਕ ਦੁਨੀਆ ਤੋਂ ਚਲੇ ਗਏ ਨੇ, ਕਈਆਂ ਦੀਆਂ ਅੱਖਾਂ ਥੱਕ ਗਈਆਂ ਨੇ, ਅੰਨੀਆਂ ਹੋ ਗਈਆਂ ਨੇ, ਕਈ ਤਾਂ ਬੀਬੀਆਂ ਇਨਸਾਫ ਦੀ ਉਡੀਕ ਕਰਦੀਆਂ ਪਰਿਵਾਰਾਂ ਦੇ ਪਰਿਵਾਰ ਉੱਜੜ ਗਏ ਸੀ ਉਸ ਕਤਲੇਆਮ ਤੋਂ ਬਾਅਦ। ਆਖਿਰਕਾਰ 3 ਕੇਸਾਂ ਦੇ ਵਿੱਚ ਸ਼ਾਇਦ ਇਨਸਾਫ ਹੈ ਜਿਹੜਾ ਉਹ ਹੁਣ ਹੁੰਦਾ ਦਿਖਾਈ ਦੇ ਰਿਹਾ ਹੈ, ਕਿਉਂਕਿ ਜਿੰਨੀ ਦੇਰ ਤੱਕ ਸਜ਼ਾ ਦਾ ਐਲਾਨ ਨਹੀਂ ਹੁੰਦਾ ਉਨੀ ਦੇਰ ਤੱਕ ਬੇਬੌਕਾ ਜਿਹਾ ਹੀ ਰਹਿੰਦਾ ਹੈ। ਤੇ ਇਸ ਵੱਡੀ ਖਬਰ ਤੋਂ ਬਾਅਦ ਦਿੱਲੀ ਦੇ ਸਿੱਖ ਲੀਡਰ ਤੇ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਟਾਈਟਲਰ ਦੇ ਖਿਲਾਫ ਹੋਈ ਕਾਰਵਾਈ ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਬਹੁਤ ਲੰਬੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਸੀ। ਟਾਈਟਲਰ ਨੂੰ 3 ਵਾਰੀ ਸੀਬੀਆਈ ਤੋਂ ਕਲੀਨ ਚਿੱਟ ਵੀ ਮਿਲ ਚੁੱਕੀ ਸੀ, ਪਰ ਹੁਣ 29 ਸਾਲਾਂ ਦਾ ਸੰਘਰਸ਼ ਰੰਗ ਲੈ ਕੇ ਆਇਆ। ਜੀਕੇ ਨੇ ਦੱਸਿਆ ਕਿ ਉਹਨਾਂ ਨੇ ਸੀਬੀਆਈ ਨੂੰ ਟਾਈਟਲਰ ਦੀਆਂ ਵੀਡੀਓਜ਼ ਵੀ ਸਬੂਤ ਵਜੋਂ ਦਿੱਤੀਆਂ ਸੀ, ਜਿਨ੍ਹਾਂ ਦੇ ਆਧਾਰ ਤੇ ਜਾਂਚ ਚੱਲ ਰਹੀ ਹੈ। ਇਸ ਦੌਰਾਨ ਕਹਿੰਦੇ ਜੀਕੇ ਨੇ ਦੱਸਿਆ ਕਿ ਉਹਨਾਂ ਨੂੰ ਵੀ ਸੀਬੀਆਈ ਨੇ ਪੁੱਛਗਿੱਛ ਲਈ ਬੁਲਾਇਆ ਸੀ। ਪਿਛਲੇ ਦਿਨਾਂ ਦੀ ਹੀ ਗੱਲ ਹੈ ਜਦੋਂ ਪਤਾ ਲੱਗਿਆ ਸੀ ਕਿ ਜੀਕੇ ਨੂੰ ਸੀਬੀਆਈ ਨੇ ਬੁਲਾਇਆ ਹੈ। ਕਹਿੰਦੇ ਟਾਈਟਲਰ ਹਮੇਸ਼ਾ ਆਪਣੇ ਆਪ ਨੂੰ ਬੇਗੁਨਾਹ ਦੱਸਦਾ ਹੁੰਦਾ ਸੀ, ਕਾਂਗਰਸ ਵੀ ਇਹਨੂੰ ਜਿਹੜਾ ਹੈਗਾ ਵਾਰਡ ਕਰਕੇ ਰੱਖਦੀ ਸੀ, ਪਰ ਹੁਣ ਅਦਾਲਤ ਨੇ ਇਸ ਨੂੰ ਦੋਸ਼ੀ ਮੰਨ ਲਿਆ ਹੈ ਤੇ ਜਾਗੋ ਕਮੇਟੀ ਦੇ ਪ੍ਰਧਾਨ ਨੇ, ਜਾਗੋ ਪਾਰਟੀ ਦੇ ਪ੍ਰਧਾਨ ਨੇ ਸੀਬੀਆਈ ਤੇ ਮੋਦੀ ਸਰਕਾਰ ਦਾ ਵੀ ਇਹਦੇ ਲਈ ਧੰਨਵਾਦ ਕਰ ਦਿੱਤਾ ਹੈ। ਇਹ 38-40 ਸਾਲ ਦੀ ਜਿਹੜੀ ਲੜਾਈ ਹੈ ਅੱਜ ਰੰਗ ਲੈ ਕੇ ਆਈ ਹੈ। ਮੈਂ ਸੰਗਤਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਸਾਨੂੰ ਕਤਲ ਕਰਨ ਵਾਲੇ ਜੇ ਸੱਜਣ ਕੁਮਾਰ ਨੂੰ ਕੋਈ ਅੰਦਰ ਨਹੀਂ ਪਾ ਸਕਦਾ ਸੀ ਤੇ ਤੁਹਾਡੇ ਸਾਹਮਣੇ ਸਾਰੀ ਕੌਮ ਨੇ ਰਲ ਕੇ ਲੜਾਈ ਲੜੀ ਔਰ ਅਸੀਂ ਦਿੱਲੀ 'ਚ ਬੈਠ ਕੇ ਜ਼ਿੰਮੇਵਾਰੀ ਨਾਲ ਉਹ ਲੜਾਈ ਲੜੀ। ਅੱਜ ਸੱਜਣ ਕੁਮਾਰ ਜੇਲ੍ਹਾਂ ਦੇ ਪਿੱਛੇ ਹੈ। ਟਾਈਟਲਰ ਜਿਹੜਾ ਕਹਿੰਦਾ ਸੀਗਾ कि मेरे पे तो कोई केस ही नहीं है, मेरा तो कभी किसी में नाम ही नहीं आज तक आया, मुझे किसी चीज की बॉदर करने की जरूरत नहीं है। और जिस दिन मैं स्टिंग ऑपरेशन का जमा कराया सीगा 2018 च, इन्ने सालों बाद उन्होंने इस नूं बुलाया और जो बुलाया ये वॉइस सैंपल ले गए और ये वॉइस सैंपल देने तो बाद भी जो बाद आया कहता मैनूं कोई सवाल नहीं पूछा गया। लेकिन अज मैं तुहानूं खुशी की खबर दे रहा कि पहली दफा फॉर द फर्स्ट टाइम अगर मैं आखां कि इन्ने सालों बाद भी ਇਹਦੇ ਜਿਹੜੀ ਚਾਰਜਸ਼ੀਟ ਪੇਸ਼ ਕੀਤੀ ਹੈ ਸੀਬੀਆਈ ਨੇ ਉਹਦੇ ਵਿੱਚ ਇਸ ਨੂੰ ਕਲਪਰੇਟ ਸ਼ੋ ਕਰ ਦਿੱਤਾ ਗਿਆ। ਇਹਦਾ ਬਚਣਾ ਮੁਸ਼ਕਿਲ ਹੈ, ਇਹ ਹੁਣ ਸਲਾਖਾਂ ਦੇ ਪਿੱਛੇ ਜਾਏਗਾ।
ਦਿੱਲੀ ਸਿੱਖ ਕਤਲੇਆਮ ਦੇ ਪੀੜਤਾਂ ਦੇ ਲਈ ਲੰਬੀ ਕਾਨੂੰਨੀ ਲੜਾਈ ਲੜਨ ਵਾਲੇ ਸੀਨੀਅਰ ਵਕੀਲ ਐਚ.ਐਸ. ਫੂਲਕਾ ਨੇ ਵੀ ਟਵੀਟ ਕੀਤਾ ਹੈ। ਦੱਸਿਆ ਕਿ ਸੀਬੀਆਈ ਨੇ 1984 ਦੇ ਵਿੱਚ ਸਿੱਖ ਕਤਲੇਆਮ ਦੌਰਾਨ 3 ਸਿੱਖਾਂ ਦੇ ਕਤਲ ਲਈ ਜਗਦੀਸ਼ ਟਾਈਟਲਰ ਦੇ ਵਿਰੁੱਧ ਚਲਾਨ ਪੇਸ਼ ਕਰ ਦਿੱਤਾ ਹੈ, ਚਾਰਜਸ਼ੀਟ ਦਾਖਲ ਕਰ ਦਿੱਤੀ ਹੈ। ਇਹ ਮਾਮਲਾ ਕਹਿੰਦੇ ਨਾਨਾਵਤੀ ਕਮਿਸ਼ਨ ਦੀ ਸਿਫਾਰਿਸ਼ ਤੇ 2005 ਦੇ ਵਿੱਚ ਦਰਜ ਕੀਤਾ ਗਿਆ ਸੀ। ਉਸ ਵਕਤ ਟਾਈਟਲਰ ਮੰਤਰੀ ਸਨ। ਕੇਸ ਦਰਜ ਹੋਣ ਕਰਕੇ ਟਾਈਟਲਰ ਨੂੰ ਅਸਤੀਫਾ ਵੀ ਦੇਣਾ ਪਿਆ ਸੀ। ਸੀਬੀਆਈ ਨੇ ਕਲੋਜ਼ਰ ਰਿਪੋਰਟ ਹੈ ਜਿਹੜੀ ਉਹ ਦਾਇਰ ਕੀਤੀ ਸੀ। ਸੋ ਆਖਿਰਕਾਰ ਟਾਈਟਲਰ ਦੇ ਖਿਲਾਫ ਹੈ ਜਿਹੜਾ ਚਾਰਜਸ਼ੀਟ ਦਾਖਲ ਹੋ ਚੁੱਕੀ ਹੈ। ਉਹ ਟਾਈਟਲਰ ਜਿਸ ਨੂੰ ਕਿ ਕਾਂਗਰਸ ਨੇ ਵੱਡੇ ਅਹੁਦਿਆਂ ਤੇ ਵੀ ਨਵਾਜਿਆ ਤੇ ਜਿਹੜਾ ਹਮੇਸ਼ਾ ਆਪਣੇ ਆਪ ਨੂੰ ਬੇਗੁਨਾਹ ਦੱਸਦਾ ਹੈ। ਪਿਛਲੇ ਸਮੇਂ ਦੀ ਗੱਲ ਹੈ ਜਦੋਂ ਟਾਈਟਲਰ ਦਾ ਇੱਕ ਸਮਰਥਕ ਅੰਮ੍ਰਿਤਸਰ ਦੇ ਵਿੱਚ ਰਹਿੰਦਾ ਹੈ। ਉਹ ਟਾਈਟਲਰ ਦੀ ਤਸਵੀਰ ਛਾਪੀ ਹੋਈ ਫੋਟੋ ਪਾ ਕੇ ਦਰਬਾਰ ਸਾਹਿਬ ਦੇ ਅੰਦਰ ਚਲਾ ਗਿਆ ਸੀ, ਪਰਿਕਰਮਾ ਦੇ ਵਿੱਚ ਘੁੰਮ ਰਿਹਾ ਸੀ ਤੇ ਉਹ ਸਿੱਖਾਂ ਦੇ ਹਿਰਦਿਆਂ ਨੂੰ ਵਲੂੰਦਰਨ ਵਾਲੀ ਘਟਨਾ ਸੀ। ਉਸ ਦੇ ਖਿਲਾਫ ਪਰਚਾ ਵੀ ਦਰਜ ਕਰਵਾਇਆ ਸੀ। ਇਸ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੀ ਰਿਐਕਸ਼ਨ ਆਇਆ ਹੈ। ਜ਼ਾਹਿਰ ਤੌਰ ਤੇ ਇਹ ਪੱਕਾ ਹੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਇਸ ਮੁੱਦੇ ਤੇ ਜ਼ਰੂਰ ਆਪਣਾ ਪ੍ਰਤੀਕਰਮ ਦੇਵੇਗੀ। ਸੁਖਬੀਰ ਬਾਦਲ ਨੇ ਲਿਖਿਆ ਕਿ 1984 ਸਿੱਖ ਨਸਲਕੁਸ਼ੀ ਦੇ ਦੋਸ਼ੀ ਕਾਂਗਰਸੀ ਲੀਡਰਾਂ ਨੂੰ ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਡੱਕਣ ਤੇ ਸਜ਼ਾਵਾਂ ਦਿਵਾਉਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਨੇ। 1984 ਵਿੱਚ ਨਸਲਕੁਸ਼ੀ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਦਾ ਨਾਮ ਚਾਰਜਸ਼ੀਟ ਵਿੱਚ ਆਉਣ ਤੇ ਸ਼੍ਰੋਮਣੀ ਅਕਾਲੀ ਦਲ ਦੇ ਯਤਨ ਇੱਕ ਵਾਰੀ ਫੇਰ ਸਫਲ ਹੋਏ ਨੇ। ਜਗਦੀਸ਼ ਟਾਈਟਲਰ ਸਮੇਤ ਸਾਰੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿਵਾਉਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਅੱਗੇ ਵੀ ਪੂਰੀ ਕੋਸ਼ਿਸ਼ ਕਰਦਾ ਰਹੇਗਾ। ਜਗਦੀਸ਼ ਟਾਈਟਲਰ ਤੇ ਦੋਸ਼ ਲੱਗੇ ਨੇ, ਦੋਸ਼ ਸਿੱਧ ਹੋਏ ਨੇ ਕਿ ਉਸਨੇ ਭੀੜ ਨੂੰ ਭੜਕਾਇਆ ਸੀ ਉਸ ਵਕਤ ਜਦੋਂ 31 ਅਕਤੂਬਰ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਹਨਾਂ ਦੇ 2 ਸਿੱਖ ਸੁਰੱਖਿਆ ਕਰਮੀਆਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਬਿਲਕੁਲ ਨੇੜਲੇ ਜਿਹੜੇ ਸੁਰੱਖਿਆ ਕਰਮੀ ਸੀਗੇ ਉਹਨਾਂ ਨੇ ਇੰਦਰਾ ਗਾਂਧੀ ਨੂੰ ਮਾਰਿਆ ਸੀ। ਉਸ ਤੋਂ ਬਾਅਦ ਦਿੱਲੀ ਦੇ ਵਿੱਚ ਜੋ ਹਾਲਾਤ ਬਣੇ ਸੀ, ਚੁਣ ਕੇ ਸਿੱਖਾਂ ਨੂੰ ਕੱਢ ਕੇ ਦੁਕਾਨਾਂ ਦੇ ਵਿੱਚੋਂ, ਘਰਾਂ ਦੇ ਵਿੱਚੋਂ, ਗੁਰਦੁਆਰਿਆਂ ਦੇ ਵਿੱਚੋਂ ਕੱਢ ਕੇ ਜਿਵੇਂ ਤਸੀਹੇ ਦੇ ਕੇ ਮਾਰਿਆ ਸੀ, ਉਹ ਗੱਲਾਂ ਕਿਸੇ ਤੋਂ ਵੀ ਲੁਕੀਆਂ ਛਿਪੀਆਂ ਨਹੀਂ ਹਨ। ਬਹੁਤ ਸਾਰੇ ਲੋਕ ਜਿਉਂਦੇ ਨੇ ਜਿਨ੍ਹਾਂ ਨੇ ਆਪਣੀਆਂ ਅੱਖਾਂ ਦੇ ਨਾਲੋਂ ਮੰਜ਼ਰ ਵੇਖਿਆ ਸੀ, ਸਿੱਖਾਂ ਦੀ ਨਸਲਕੁਸ਼ੀ ਦਾ ਮੰਜ਼ਰ, ਸਿੱਖਾਂ ਦੇ ਕਤਲੇਆਮ ਦਾ ਮੰਜ਼ਰ। ਤੇ ਉਸ ਵਕਤ ਕੁਝ ਲੀਡਰ ਇਹੋ ਜਿਹੇ ਸੀਗੇ ਜਿਹੜੇ ਕਿ ਮੌਜੂਦਾ ਸਰਕਾਰ ਦੀਆਂ ਕਠਪੁਤਲੀਆਂ ਸਨ ਅਤੇ ਆਪਣੇ ਜਿਹੜੇ ਸਿਆਸੀ ਆਕਾ ਨੇ ਉਹਨਾਂ ਨੂੰ ਖੁਸ਼ ਕਰਨ ਦੇ ਲਈ ਉਹਨਾਂ ਨੇ ਸਿੱਖਾਂ ਨੂੰ ਚੁਣ ਕੇ ਮਰਵਾਇਆ ਸੀ। ਤੇ ਕੱਲੀ ਦਿੱਲੀ ਦੇ ਵਿੱਚ ਨਹੀਂ ਬਲਕਿ ਹੋਰ ਵੀ ਕਈ ਥਾਵਾਂ ਤੇ ਇੱਕ ਕਤਲੇਆਮ ਹੈ ਜਿਹੜਾ ਉਹ ਸਿੱਖਾਂ ਦਾ ਹੋਇਆ ਸੀ। ਤੇ ਜਗਦੀਸ਼ ਟਾਈਟਲਰ ਨੇ ਪੁਲ ਬੰਗਸ਼ ਇਲਾਕੇ ਦੇ ਵਿੱਚ ਭੀੜ ਨੂੰ ਭੜਕਾਇਆ ਸੀ ਤੇ ਭੀੜ ਨੇ ਜਿਸ ਤਰੀਕੇ ਦੇ ਨਾਲ ਸਿੱਖਾਂ ਦਾ ਕਤਲੇਆਮ ਕੀਤਾ ਸੀ ਉਹਦੇ ਲਈ ਪ੍ਰਬੰਧ ਵੀ ਪੂਰੇ ਕੀਤੇ ਗਏ ਸਨ। ਕਥਿਤ ਤੌਰ ਤੇ ਸਰਕਾਰੀ ਤੰਤਰ ਦੇ ਵੱਲੋਂ ਇਹ ਪ੍ਰਬੰਧ ਪੁਲਿਸ ਮਹਿਕਮੇ ਦੇ ਰਾਹੀਂ ਕਰਵਾਏ ਗਏ ਸਨ। ਬਹੁਤ ਸਾਰਾ ਕੁਝ ਇਹ ਸਾਬਿਤ ਵੀ ਹੋ ਚੁੱਕਿਆ ਹੈ। ਜਿਹੜਾ ਤੇਲ ਹੈ ਉਹ ਵੀ ਕਹਿੰਦੇ ਸਾਰਾ ਪੈਟਰੋਲ ਪੰਪਾਂ ਤੋਂ ਉਦੋਂ ਖਤਮ ਹੋ ਗਿਆ ਸੀ। ਤੇਲ ਦੀਆਂ ਕੈਨੀਆਂ ਢੋਲ ਭਰ ਕੇ ਰੱਖੇ ਹੋਏ ਸਨ ਤੇ ਸੋਟੀਆਂ ਜਿਹੜੀਆਂ ਨੇ ਉਹ ਡਾਂਗਾਂ ਲੈ ਕੇ ਰੇਲ ਗੱਡੀਆਂ ਦੇ ਵਿੱਚ ਭਰ ਕੇ ਅਜਿਹੇ ਲੋਕਾਂ ਨੂੰ ਬੁਲਾਇਆ ਗਿਆ ਸੀ ਦਿੱਲੀ ਦੇ ਵਿੱਚ ਜਿਨ੍ਹਾਂ ਨੇ ਸਿੱਖਾਂ ਨੂੰ ਉਜਾੜ ਦਿੱਤਾ ਸੀ ਤੇ ਖਤਮ ਕਰ ਦਿੱਤਾ ਸੀ। ਤੇ ਜਗਦੀਸ਼ ਟਾਈਟਲਰ ਦੇ ਭੜਕਾਉਣ ਤੇ ਭੀੜ ਨੇ ਇੱਕ ਗੁਰੂ ਘਰ ਨੂੰ ਅੱਗ ਲਾਈ ਸੀ। 3 ਸਿੱਖ ਜਿਉਂਦੇ ਸਾੜ ਦਿੱਤੇ ਗਏ ਸੀ। 19 ਮਈ ਦੀ ਸ਼ਾਮ ਭਾਰਤ ਵਾਸੀਆਂ ਨੂੰ ਉਸੇ ਤਰ੍ਹਾਂ ਦੀ ਜਾਪੀ ਜਿਹੜੀ ਕਿ 2016 ਦੇ ਵਿੱਚ ਉਹ ਸ਼ਾਮ ਸੀ ਜਦੋਂ ਤਤਕਾਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਟਬੰਦੀ ਦਾ ਐਲਾਨ ਕਰ ਦਿੱਤਾ ਸੀ। ਇੱਕ ਵਾਰੀ ਤਾਂ ਜਦੋਂ ਹੁਣ 19 ਮਈ ਨੂੰ ਖਬਰ ਆਈ ਕਿ ਆਰਬੀਆਈ ਨੇ 2000 ਦੇ ਨੋਟ ਵਾਪਸ ਲੈਣ ਦਾ ਐਲਾਨ ਕੀਤਾ ਤਾਂ ਲੋਕਾਂ ਦੇ ਮਨ ਦੇ ਵਿੱਚ ਉਹੀ ਸਾਰੇ ਪਿਛਲੇ ਜਿਹੜੇ ਸੀਨ ਸੀਗੇ ਉਹ ਘੁੰਮ ਗਏ ਕਿ ਸ਼ਾਇਦ 2000 ਦਾ ਨੋਟ ਇੱਕਦਮ ਬੰਦ ਕੀਤਾ ਗਿਆ। ਹਾਲਾਂਕਿ ਐਤਕੀ ਸਰਕਾਰ ਨੇ 4.25 ਮਹੀਨੇ ਦੀ ਰਾਹਤ ਜ਼ਰੂਰ ਦਿੱਤੀ ਹੈ। 30 ਸਤੰਬਰ ਤੱਕ ਤੁਸੀਂ ਆਪਣੇ ਨੋਟ ਬੈਂਕਾਂ ਦੇ ਵਿੱਚ ਜਮ੍ਹਾਂ ਕਰਵਾ ਸਕਦੇ ਹੋ ਜਾਂ ਫਿਰ ਇਹਨਾਂ ਨੂੰ ਹੋਰ ਨੋਟਾਂ ਨਾਲ ਬਦਲਵਾ ਸਕਦੇ ਹੋ। ਇਸ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ ਤੇ ਵੀ ਮੋਦੀ ਸਰਕਾਰ ਆਈ ਹੈ ਪਰ ਕੁਝ ਲੋਕਾਂ ਨੂੰ ਇਸ ਦਾ ਫਾਇਦਾ ਹੋਇਆ। ਵਪਾਰੀਆਂ ਦੀ ਚਾਂਦੀ ਜ਼ਰੂਰ ਹੋਈ ਹੈ। 2000 ਦੇ ਨੋਟ ਵਾਪਸ ਲਏ ਜਾਣ ਦੇ ਐਲਾਨ ਤੋਂ ਬਾਅਦ ਛੋਟੇ ਕਾਰੋਬਾਰੀ ਨੇ ਜਿਹੜੇ ਉਹਨਾਂ ਨੂੰ ਖਾਸ ਤੌਰ ਤੇ ਫਾਇਦਾ ਪਹੁੰਚਿਆ ਹੈ। ਕਹਿੰਦੇ ਜਿਹੜਾ ਬਾਜ਼ਾਰ ਦੇ ਵਿੱਚ ਉਧਾਰ ਰੁਕਿਆ ਹੋਇਆ ਸੀ ਉਹ ਵਾਪਸ ਆਉਣਾ ਸ਼ੁਰੂ ਹੋ ਗਿਆ। ਦੇਰ ਰਾਤ ਨੂੰ ਹੀ 19 ਮਈ ਦੀ ਦੇਰ ਰਾਤ ਨੂੰ ਹੀ ਲੁਧਿਆਣਾ ਦੇ ਕਾਰੋਬਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਉਧਾਰ ਵਾਪਸ ਕਰਨ ਵਾਲਿਆਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਸੀ ਕਿ ਤੁਹਾਡੀ ਪੇਮੈਂਟ ਕਿੰਨੀ ਹੈ, ਹਿਸਾਬ ਕਿਤਾਬ ਕਰ ਲਓ। ਕਾਰੋਬਾਰੀਆਂ ਦੇ ਮੁਤਾਬਿਕ ਆਰਬੀਆਈ ਦੇ ਇਸ ਫੈਸਲੇ ਦੇ ਨਾਲ ਬਾਜ਼ਾਰ ਦੇ ਵਿੱਚ ਉਛਾਲ ਆਇਆ ਹੈ। ਲੁਧਿਆਣਾ ਦੇ ਇੱਕ ਹੌਜਰੀ ਕਾਰੋਬਾਰੀ ਰਮਨ ਚੋਪੜਾ ਨੇ ਕਿਹਾ ਕਿ ਲੋਕਾਂ ਨੂੰ ਪਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ ਹੈ। 2000 ਦਾ ਨੋਟ ਵੇਖਿਆ ਨੂੰ ਹੁਣ ਵੈਸੇ ਵੀ ਕਾਫੀ ਸਮਾਂ ਹੋ ਚੁੱਕਿਆ ਤੇ ਹੁਣ ਜਿਨ੍ਹਾਂ ਨੇ ਜੋੜ ਕੇ
ਗੱਦੀਆਂ ਬਣਾ ਕੇ ਘਰਾਂ ਦੇ ਵਿੱਚ ਸਾਂਭੇ ਸੀ ਇਹ ਨੋਟ, ਉਹ ਹੁਣ ਇਹਨਾਂ ਨੇ ਕੱਢਣੇ ਸ਼ੁਰੂ ਕਰ ਦਿੱਤੇ ਨੇ ਤੇ ਜਿਨ੍ਹਾਂ ਨੇ ਕਾਲੇ ਧਨ ਵਜੋਂ ਜਮ੍ਹਾਂ ਕੀਤੇ ਸੀ ਉਹਨਾਂ ਨੂੰ ਤਾਂ ਜ਼ਾਹਿਰ ਤੌਰ ਤੇ ਕੱਢਣੇ ਪੈਣਗੇ। ਸੋ ਬਾਜ਼ਾਰ ਦੇ ਵਿੱਚ ਖਲਬਲੀ ਜੀ ਮਚ ਗਈ ਹੈ। ਲੋਕਾਂ ਨੂੰ ਹੁਣ 2000 ਦਾ ਨੋਟ ਜਿਹੜਾ ਕਦੇ ਹਿੱਕ ਨਾਲ ਲਾ ਕੇ ਰੱਖਦੇ ਸੀ ਉਹ ਹੁਣ ਚੰਗਾ ਨਹੀਂ ਲੱਗਦਾ ਕਿ ਕਿਸ ਵੇਲੇ ਕਿਹੜੇ ਵੇਲੇ ਇਹਨੂੰ ਆਪਾਂ ਕੱਢ ਦਈਏ, ਕਿਉਂਕਿ ਬੈਂਕਾਂ ਦੇ ਵੀ ਭਰੋਸਾ ਲੋਕਾਂ ਨੂੰ ਘੱਟ ਹੀ ਰਿਹਾ ਕਿ ਜੇ ਕਦੇ ਬੈਂਕ ਨੇ ਵੀ ਵਾਪਸ ਮੋੜ ਦਿੱਤਾ ਜਾਂ ਫਿਰ ਲੰਬੀਆਂ ਲਾਈਨਾਂ ਲੱਗ ਗਈਆਂ, ਕਿਉਂਕਿ ਇੱਕ ਲਿਮਿਟ ਰੱਖੀ ਗਈ ਹੈ ਬੈਂਕ ਦੇ ਵੱਲੋਂ ਕਿ ਇੱਕ ਵਾਰੀ 'ਚ ਸਿਰਫ 10 ਨੋਟ ਯਾਨੀ ਕਿ 20,000 ਰੁਪਏ ਹੀ ਬਦਲੇ ਜਾਣਗੇ। ਜਮ੍ਹਾਂ ਤੁਸੀਂ ਜਿੰਨੀ ਮਰਜ਼ੀ ਕਰਵਾ ਸਕਦੇ ਹੋ। ਸੋ ਰੁਕਿਆ ਹੋਇਆ ਪੈਸਾ ਜਿਹੜਾ ਉਹ ਵਾਪਸ ਜ਼ਰੂਰ ਆਉਣ ਲੱਗਿਆ ਹੈ ਤੇ ਸੋਸ਼ਲ ਮੀਡੀਆ ਵੀ ਹੁਣ 2000 ਦੇ ਨੋਟ ਦੀਆਂ ਜਿਹੜੀਆਂ ਸਟੋਰੀਜ਼ ਨੇ ਉਹਨਾਂ ਦੇ ਨਾਲ ਹੀ ਭਰਿਆ ਪਿਆ ਹੈ। ਲੋਕ ਮੀਮਸ ਬਣਾਉਣ ਲੱਗ ਪਏ ਨੇ, ਖਾਸ ਤੌਰ ਤੇ ਜਿਨ੍ਹਾਂ ਨੇ ਜੋੜ ਕੇ ਰੱਖੇ ਹੁੰਦੇ ਨੇ ਉਹਨਾਂ ਦੀਆਂ ਜਿਹੜੀਆਂ ਵੀਡੀਓਜ਼ ਨੇ ਉਹ ਜ਼ਿਆਦਾ ਸਾਹਮਣੇ ਆ ਰਹੀਆਂ ਨੇ। ਸੋ ਵਿਰੋਧੀ ਧਿਰਾਂ ਇਸ ਤੇ ਕੀ ਕਹਿ ਰਹੀਆਂ ਨੇ? ਸਭ ਤੋਂ ਪਹਿਲਾਂ ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਦੀ ਗੱਲ ਕਰਦੇ ਆ। ਉਹਨਾਂ ਨੇ ਕੇਂਦਰ ਤੇ ਨਿਸ਼ਾਨਾ ਸਾਧਿਆ ਤੇ ਪੁੱਛਿਆ ਕਿ ਕੀ ਇਹ ਦੂਜੀ ਨੋਟਬੰਦੀ ਹੈ। ਕਹਿੰਦੇ ਨੋਟਬੰਦੀ ਦੇ ਗਲਤ ਫੈਸਲੇ ਤੇ ਪਰਦਾ ਪਾਉਣ ਦੇ ਲਈ ਇਹ ਪਾਬੰਦੀ ਲਾਈ ਗਈ ਹੈ। ਪੂਰੀ ਸੱਚਾਈ ਨਿਰਪੱਖ ਜਾਂਚ ਤੋਂ ਬਾਅਦ ਹੀ ਕਹਿੰਦੇ ਸਾਹਮਣੇ ਆਊਗੀ। ਦੂਸਰੇ ਪਾਸੇ ਬੀਜੇਪੀ ਆਪਣੇ ਆਪ ਨੂੰ ਡਿਫੈਂਡ ਕਰ ਰਹੀ ਹੈ। ਬੀਜੇਪੀ ਦੇ ਇੱਕ ਲੀਡਰ ਨੇ ਕਿਹਾ ਕਿ ਆਮ ਜਨਤਾ ਦੀ ਵੀ ਇਹੀ ਮੰਗ ਸੀ ਕਿ ਨੋਟ ਬੰਦ ਕੀਤੇ ਜਾਣ। ਇਕਨੋਮੀ ਨੂੰ ਡਿਜੀਟਲ ਕਰਨ ਦੇ ਲਈ ਵੀ ਇਹ ਜ਼ਰੂਰੀ ਸੀ। ਲੋਕਾਂ ਦਾ ਜੋ ਸੁਭਾਅ ਸੀ 2 ਨੰਬਰ ਦੇ ਪੈਸੇ ਰੱਖਣ ਦਾ ਉਹ ਵੀ ਕਹਿੰਦੇ ਖਤਮ ਹੋ ਜਾਊਗਾ। ਇਹਦਾ ਕੋਈ ਬੁਰਾ ਅਸਰ ਨਹੀਂ ਪਊਗਾ। ਨੋਟ ਬਦਲਣ ਦੇ ਲਈ ਲੋਕਾਂ ਨੂੰ ਨਵਾਂ ਸਮਾਂ ਵੀ ਦਿੱਤਾ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਤੰਜ ਕੱਸਿਆ। ਕਹਿੰਦੇ ਪਹਿਲਾਂ ਕਿਹਾ ਗਿਆ ਸੀ ਕਿ 2000 ਦਾ ਨੋਟ ਲਿਆਉਣ ਨਾਲ ਭ੍ਰਿਸ਼ਟਾਚਾਰ ਰੁਕ ਜਾਊਗਾ। ਹੁਣ ਕਹਿ ਰਹੇ ਨੇ ਕਿ 2000 ਦੇ ਨੋਟ ਨੂੰ ਰੋਕਣ ਨਾਲ ਭ੍ਰਿਸ਼ਟਾਚਾਰ ਖਤਮ ਹੋ ਜਾਊਗਾ। ਇਸ ਲਈ ਅਸੀਂ ਕਹਿੰਦੇ ਆ ਕਿ ਪ੍ਰਧਾਨ ਮੰਤਰੀ ਨੂੰ ਪੜ੍ਹਿਆ ਲਿਖਿਆ ਹੋਣਾ ਚਾਹੀਦਾ। ਅਨਪੜ੍ਹ ਪ੍ਰਧਾਨ ਮੰਤਰੀ ਨੂੰ ਤਾਂ ਕੋਈ ਕੁਝ ਵੀ ਕਹਿ ਸਕਦਾ ਹੈ, ਉਹ ਨਹੀਂ ਸਮਝਦੇ। ਭੁਗਤਣਾ ਤਾਂ ਜਨਤਾ ਨੂੰ ਪੈਂਦਾ ਹੈ। ਸੋ ਇੱਕ ਤਿੱਖਾ ਟਵੀਟ, ਤਿੱਖਾ ਹਮਲਾ ਸਿੱਧਾ ਮੋਦੀ ਤੇ ਕੀਤਾ ਹੈ ਕੇਜਰੀਵਾਲ ਨੇ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਕੰਗ ਨੇ ਵੀ ਟਵੀਟ ਕੀਤਾ। ਕਹਿੰਦੇ ਨੋਟ ਨਹੀਂ, ਪ੍ਰਧਾਨ ਮੰਤਰੀ ਬਦਲੋ। ਕਾਂਗਰਸ ਲੀਡਰ ਅਲਕਾ ਲਾਂਬਾ ਨੇ ਟਵੀਟ ਕੀਤਾ ਹੈ, ਸਿੱਧਾ ਵਾਰ ਕਰਦਿਆਂ ਲਿਖਿਆ ਕਿ ਜਿਹੜੇ ਲੋਕ 2016 ਦੇ ਵਿੱਚ 2000 ਰੁਪਏ ਦੇ ਨੋਟ ਦੇ ਫਾਇਦੇ ਗਿਣਵਾਉਣ ਵਾਲੇ ਨੇ ਅੱਜ ਉਹੀ 2023 ਦੇ ਵਿੱਚ ਉਹਦੇ ਨੁਕਸਾਨ ਦੱਸ ਰਹੇ ਨੇ। ਦੂਜੇ ਪਾਸੇ ਕਹਿੰਦੇ ਲੋਕ ਅੱਜ ਵੀ ਆਪਣੇ ਸਟੈਂਡ ਤੇ ਕਾਇਮ ਨੇ। ਨੋਟਬੰਦੀ ਨੂੰ ਵੱਡਾ ਘੁਟਾਲਾ ਕਹਿ ਰਹੇ ਨੇ, ਜਿਸ ਨੂੰ ਨੋਟਬੰਦੀ ਦੀ ਸਫਲਤਾ ਤੋਂ 50 ਦਿਨਾਂ ਬਾਅਦ ਇੱਕ ਚੌਰਾਹੇ ਤੇ ਹੋਣਾ ਚਾਹੀਦਾ ਸੀ। ਉਹ ਕਹਿੰਦੇ ਅੱਜ ਵੀ ਜਾਪਾਨ ਦੌਰੇ ਤੇ ਗਿਆ ਹੈ, ਯਾਨੀ ਕਿ ਸਿੱਧਾ ਨਿਸ਼ਾਨਾ ਭਾਰਤ ਦੇ ਪ੍ਰਧਾਨ ਮੰਤਰੀ ਤੇ। ਉਧਰ ਬੀਜੇਪੀ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਕੇਜਰੀਵਾਲ ਨੂੰ ਜਵਾਬ ਦਿੱਤਾ ਹੈ। ਕਹਿੰਦੇ ਕੇਜਰੀਵਾਲ ਜੀ ਨੇ ਸ਼ਰਾਬ ਘੁਟਾਲੇ ਦਾ ਸਾਰਾ ਪੈਸਾ 2000 ਦੇ ਨੋਟ ਵਿੱਚ ਇਕੱਠਾ ਕਰ ਲਿਆ ਲੱਗਦਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਲੱਗਦਾ ਹੈ ਕਿ 2000 ਦੇ ਨੋਟ ਦੀ ਚਿਪ ਦੀ ਬੈਟਰੀ ਡਾਊਨ ਹੋ ਗਈ ਹੈ। ਇਸ ਲਈ ਬਲੈਕ ਮਨੀ ਦੇ ਨੋਟ ਮੋਦੀ ਜੀ ਲੱਭ ਨਹੀਂ ਪਾ ਰਹੇ, ਇਸ ਲਈ ਨੋਟ ਹੀ ਬੰਦ ਕਰ ਦਿੱਤੇ। ਵਾਹ ਮੋਦੀ ਜੀ ਵਾਹ। ਦਰਅਸਲ ਕੁਝ ਨਾਮੀ ਨੈਸ਼ਨਲ ਚੈਨਲਾਂ ਦੇ ਕੁਝ ਨਾਮੀ ਐਂਕਰਾਂ ਨੇ ਜਦੋਂ 2000 ਦਾ ਨੋਟ ਆਇਆ ਸੀ 2016 ਦੇ ਵਿੱਚ, ਉਦੋਂ ਉਹਨਾਂ ਨੇ 2000 ਦੇ ਨੋਟ ਦੇ ਅੱਖਾਂ ਮੀਚ ਕੇ ਇੰਨੇ ਕੁ ਗੁਣਗਾਨ ਕਰ ਦਿੱਤੇ ਸੀ ਕਿ ਬਿਨਾਂ ਕੁਝ ਘੋਖ ਪੜਤਾਲ ਕੀਤੇ ਤੋਂ ਬਿਨਾਂ ਇਹਦੇ ਵਿੱਚ ਇਸ ਨੋਟ ਦੇ ਵਿੱਚ ਚਿਪ ਲੱਗੀ ਹੋਣ ਦੀਆਂ ਰਿਪੋਰਟਾਂ ਵੀ ਟੀਵੀ ਤੇ ਦੇ ਦਿੱਤੀਆਂ ਸੀ ਕਿ ਨੋਟ ਜਿੱਥੇ ਵੀ ਤੁਸੀਂ ਲੁਕੋ ਕੇ ਰੱਖੋਗੇ, ਭਾਵੇਂ ਧਰਤੀ ਦੇ ਵਿੱਚ ਦੱਬ ਕੇ ਰੱਖ ਦਿਓ, ਪਰ ਜਿਹੜੀ ਚਿਪ ਹੈ ਉਹਨੂੰ ਸਰਕਾਰ ਟਰੇਸ ਕਰ ਲੂਗੀ ਤੇ ਚਿਪ ਸਰਕਾਰ ਨੂੰ ਦੱਸ ਦੇਊਗੀ ਕਿ ਨੋਟ ਇੱਥੇ ਦੱਬੇ ਪਏ ਨੇ ਤੇ ਇਸ ਤਰ੍ਹਾਂ ਕਾਲਾ ਧਨ ਸਾਰਾ ਖਤਮ ਹੋ ਜਾਊਗਾ। ਸੋ ਬਹੁਤ ਹੀ ਹਾਸੋਹੀਣੀਆਂ ਰਿਪੋਰਟਾਂ ਉਦੋਂ ਕੱਢੀਆਂ ਗਈਆਂ ਸੀ ਤੇ ਉਦੋਂ ਦੀਆਂ ਰਿਪੋਰਟਾਂ ਹੁਣ ਲੋਕਾਂ ਨੇ ਫੇਰ ਤੋਂ ਸਾਂਝੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ। ਅਗਲੀ ਖਬਰ ਜੁੜੀ ਤਾਂ ਦਿੱਲੀ ਸਰਕਾਰ ਦੇ ਨਾਲ ਹੋਈ ਹੈ, ਪਰ ਪੰਜਾਬ ਦੇ ਵਿੱਚ ਵੀ ਇਹ ਮਾਮਲਾ ਗਰਮਾਇਆ ਹੋਇਆ ਕਿਉਂਕਿ ਦਿੱਲੀ ਤੇ ਪੰਜਾਬ ਦੇ ਵਿੱਚ ਇੱਕੋ ਪਾਰਟੀ ਦੀਆਂ ਸਰਕਾਰਾਂ ਨੇ, ਆਮ ਆਦਮੀ ਪਾਰਟੀ ਦੀਆਂ। ਦਰਅਸਲ ਕਾਨੂੰਨ ਤੇ ਨਿਆਂ ਮੰਤਰਾਲੇ ਦੇ ਵੱਲੋਂ ਦਿੱਲੀ ਦੇ ਵਿੱਚ ਗਰੁੱਪ ਏ ਦੇ ਅਧਿਕਾਰੀਆਂ ਦੇ ਤਬਾਦਲੇ ਤੇ ਤਾਇਨਾਤੀ ਦੇ ਲਈ ਅਥਾਰਟੀ ਬਣਾਉਣ ਦੇ ਲਈ ਆਰਡੀਨੈਂਸ ਪਾਸ ਕਰਨ ਤੋਂ ਇੱਕ ਦਿਨ ਬਾਅਦ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਹੈ ਸ਼ਨੀਚਰਵਾਰ ਨੂੰ ਕਿ ਉਹ ਆਪਣੀ ਸੰਵਿਧਾਨਕ ਬੈਂਚ ਦੇ 11 ਮਈ ਦੇ ਆਦੇਸ਼ ਦੀ ਸਮੀਖਿਆ ਕਰੇ। ਆਰਡੀਨੈਂਸ ਵਿੱਚ ਕਿਹਾ ਗਿਆ ਕਿ ਅਥਾਰਟੀ ਦੇ ਵਿੱਚ ਮਤਭੇਦ ਹੋਣ ਦੇ ਹਾਲਾਤਾਂ ਦੇ ਵਿੱਚ ਅੰਤਿਮ ਫੈਸਲਾ ਦਿੱਲੀ ਦੇ ਉਪ ਰਾਜਪਾਲ ਕੋਲ ਹੋਏਗਾ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ਕੌਮੀ ਰਾਜਧਾਨੀ ਵਿੱਚ ਦਿੱਲੀ ਸਰਕਾਰ ਕੋਲ ਸੇਵਾਵਾਂ ਦੇ ਉੱਤੇ ਵਿਧਾਨਕ ਤੇ ਕਾਰਜਕਾਰੀ ਸ਼ਕਤੀ ਹੈ। ਕੇਂਦਰ ਨੇ ਇਹਦੇ ਖਿਲਾਫ ਆਰਡੀਨੈਂਸ ਲਿਆਂਦਾ ਸੀ, ਯਾਨੀ ਕਿ ਪਿਛਲੇ ਦਿਨੀ ਸੁਪਰੀਮ ਕੋਰਟ ਨੇ ਹੱਕ ਦੇ ਵਿੱਚ ਸੁਣਾਇਆ ਫੈਸਲਾ ਕੇਜਰੀਵਾਲ ਸਰਕਾਰ ਦੇ। ਉਸ ਤੋਂ ਬਾਅਦ ਯਾਨੀ ਕਿ ਇਸ ਹੱਕ ਦੇ ਵਿੱਚ ਇਸ ਕਰਕੇ ਸੀ ਕਿ ਦਿੱਲੀ ਦੇ ਉਪ ਰਾਜਪਾਲ ਨੂੰ ਸਰਕਾਰ ਦੇ ਅੰਡਰ ਕਰ ਦਿੱਤਾ ਸੀ ਕਿ ਜ਼ਿਆਦਾ ਜਿਹੜੀ ਤਾਕਤ ਹੈ ਉਹ ਸਰਕਾਰ ਦੇ ਕੋਲ ਹੋਏਗੀ ਬਦਲੀਆਂ ਨੂੰ ਲੈ ਕੇ। ਉਸ ਤੋਂ ਬਾਅਦ ਹੁਣ ਜਦੋਂ ਸੁਪਰੀਮ ਕੋਰਟ ਦੇ ਵਿੱਚ ਛੁੱਟੀਆਂ ਹੋ ਗਈਆਂ ਤਾਂ ਕੇਂਦਰ ਸਰਕਾਰ ਆਰਡੀਨੈਂਸ ਲੈ ਆਈ ਹੈ, ਜਿਹਦੇ ਵਿੱਚ ਫੇਰ ਦਿੱਲੀ ਦੇ ਉਪ ਰਾਜਪਾਲ ਨੂੰ ਜ਼ਿਆਦਾ ਅਧਿਕਾਰ ਮਿਲ ਗਏ ਨੇ ਤੇ ਹੁਣ ਸੁਪਰੀਮ ਕੋਰਟ ਦੇ ਵਿੱਚ ਵੀ ਕੇਂਦਰ ਸਰਕਾਰ ਪਹੁੰਚ ਗਈ ਹੈ ਕਿ ਤੁਸੀਂ ਆਪਣੇ ਫੈਸਲੇ ਦੀ ਵੀ ਸਮੀਖਿਆ ਕਰੋ। ਸੈਂਟਰ ਸਰਕਾਰ ਦੇ ਵੱਲੋਂ ਇਹ ਆਰਡੀਨੈਂਸ ਪਾਸ ਕੀਤੇ ਜਾਣ ਤੋਂ ਬਾਅਦ ਦਿੱਲੀ ਸਰਕਾਰ ਦੇ ਅਧਿਕਾਰ ਜ਼ਾਹਿਰ ਤੌਰ ਤੇ ਘਟ ਗਏ ਨੇ।
ਕੇਂਦਰ ਸਰਕਾਰ ਨੇ ਨਵੀਂ ਅਥਾਰਟੀ ਬਣਾ ਦਿੱਤੀ ਹੈ ਜਿਹਦੇ ਵਿੱਚ 3 ਜਣੇ ਸ਼ਾਮਲ ਨੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਮੁੱਖ ਸਕੱਤਰ ਅਤੇ ਐਨਸੀਟੀ ਸਰਕਾਰ ਦੇ ਪ੍ਰਮੁੱਖ ਸਕੱਤਰ ਗ੍ਰਹਿ ਨੇ ਜਿਹੜੇ ਉਹ ਸ਼ਾਮਲ ਨੇ। ਤੇ ਜੇ ਬਦਲੀਆਂ ਨੂੰ ਲੈ ਕੇ ਜਿਹੜੀ ਇਹ ਅਥਾਰਟੀ ਹੈ ਇਹਦੇ ਵੱਲੋਂ ਕੋਈ ਫੈਸਲਾ ਫਾਈਨਲ ਨਹੀਂ ਹੁੰਦਾ ਤਾਂ ਆਖਰੀ ਫੈਸਲਾ ਉਪ ਰਾਜਪਾਲ ਦੇ ਹੱਥ ਵਿੱਚ ਹੀ ਹੋਵੇਗਾ। ਉਸ ਤੋਂ ਬਾਅਦ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਫਿਰ ਭੱਖ ਗਏ ਨੇ। ਉਹਨਾਂ ਦਾ ਬਿਆਨ ਵੀ ਤੁਹਾਨੂੰ ਦੱਸਦੇ ਹਾਂ। ਉਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ, ਪੰਜਾਬ ਦੀ ਸਿਆਸਤ ਦੇ ਵਿੱਚ ਇਹ ਮਸਲਾ ਗਰਮਾਇਆ ਗਿਆ ਹੈ, ਉਸ ਕਰਕੇ ਅਸੀਂ ਤੁਹਾਨੂੰ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਦਾ ਰਿਐਕਸ਼ਨ ਦੱਸਦੇ ਹਾਂ। ਮੁੱਖ ਮੰਤਰੀ ਨੇ 2 ਟਵੀਟ ਕੀਤੇ ਨੇ ਸਿੱਧਾ ਬੀਜੇਪੀ ਦੇ ਉੱਤੇ ਸਿੱਧੇ ਨਿਸ਼ਾਨੇ ਕੱਸੇ ਨੇ। ਮਾਨ ਨੇ ਕਿਹਾ ਕਿ ਜੇ ਭਾਰਤੀ ਸੰਵਿਧਾਨ ਵਿੱਚ ਜਮਹੂਰੀਅਤ ਦੇ ਕਾਤਲਾਂ ਲਈ ਸਜ਼ਾ ਦੀ ਵਿਵਸਥਾ ਹੁੰਦੀ ਤਾਂ ਪੂਰੀ ਬੀਜੇਪੀ ਨੂੰ ਫਾਂਸੀ ਦਿੱਤੀ ਜਾ ਸਕਦੀ ਸੀ। ਇੱਕ ਵੱਡਾ ਜਿਹੜਾ ਬਿਆਨ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਨੇ ਦਿੱਤਾ। ਇੱਕ ਹੋਰ ਟਵੀਟ ਕਰਕੇ ਕਿਹਾ ਕਿ ਦੇਸ਼ ਨੂੰ 30-31 ਰਾਜਪਾਲ ਤੇ ਇੱਕ ਪ੍ਰਧਾਨ ਮੰਤਰੀ ਚਲਾ ਲੈਣ, ਵੋਟਾਂ ਪਵਾਉਣ ਉੱਤੇ ਕਰੋੜਾਂ ਅਰਬਾਂ ਖਰਚਣ ਦਾ ਕੀ ਫਾਇਦਾ। ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜੇ ਸਾਰੇ ਅਧਿਕਾਰ ਰਾਜਪਾਲ ਨੂੰ ਹੀ ਦੇਣੇ ਨੇ ਤਾਂ ਫਿਰ ਇੰਨੀ ਵੱਡੀਆਂ ਵਿਧਾਨ ਸਭਾਵਾਂ ਚੁਣਨ ਦਾ ਕੀ ਫਾਇਦਾ। ਮੈਂਬਰ ਪਾਰਲੀਮੈਂਟ 500 ਤੋਂ ਵੱਧ ਦੀ ਗਿਣਤੀ ਦੇ ਵਿੱਚ ਨੇ, ਉਹ ਵੋਟਾਂ ਪਾਉਣ ਦਾ ਕੀ ਫਾਇਦਾ। ਕਰੋੜਾਂ ਅਰਬਾਂ ਰੁਪਈਆ ਉੱਤੇ ਖਰਚ ਦਿੰਦੇ ਹੋ। ਇੱਕ ਪ੍ਰਧਾਨ ਮੰਤਰੀ ਤੇ 30-31 ਰਾਜਪਾਲ ਵਾਧੂ ਨੇ, ਕਹਿੰਦੇ ਸਰਕਾਰ ਚਲਾ ਲੈਣ। ਸੋ ਇਹ ਤਿੱਖਾ ਤੰਜ ਕੱਸਿਆ ਹੈ। ਉਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੁਪਰੀਮ ਕੋਰਟ ਛੁੱਟੀਆਂ ਦੇ ਲਈ ਜਦੋਂ ਹੀ ਬੰਦ ਹੋਈ, ਕੇਂਦਰ ਸਰਕਾਰ ਨੇ ਉਦੋਂ ਹੀ ਕੁਝ ਘੰਟਿਆਂ ਬਾਅਦ ਆਰਡੀਨੈਂਸ ਲਿਆ ਕੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਪਲਟ ਦਿੱਤਾ। ਕਹਿੰਦੇ ਸੁਪਰੀਮ ਕੋਰਟ ਨੇ ਜਿਸ ਦਿਨ ਸਾਡੇ ਹੱਕ ਦੇ ਵਿੱਚ ਹੁਕਮ ਸੁਣਾਇਆ ਸੀ ਉਸੇ ਦਿਨ ਹੀ ਕਹਿੰਦੇ ਇਹਨਾਂ ਲੋਕਾਂ ਨੇ ਸੋਚ ਲਿਆ ਸੀ ਕਿ ਆਰਡੀਨੈਂਸ ਲਿਆ ਕੇ ਇਸ ਹੁਕਮ ਨੂੰ ਅਸੀਂ ਪਲਟ ਦਿਆਂਗੇ। ਇਹ ਕਹਿੰਦੇ ਕੋਰਟ ਦੇ ਬੰਦ ਹੋਣ ਦਾ ਇੰਤਜ਼ਾਰ ਕਰ ਰਹੇ ਸੀ। ਅਰਵਿੰਦ ਕੇਜਰੀਵਾਲ ਨੇ ਇਸ ਕਦਮ ਨੂੰ ਲੋਕਤੰਤਰ ਦੇ ਨਾਲ ਭੱਦਾ ਮਜ਼ਾਕ ਦੱਸਦਿਆਂ ਇਸ ਪਟੀਸ਼ਨ ਨੂੰ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕਰਨ ਦਾ ਵੀ ਐਲਾਨ ਕੀਤਾ ਹੈ। ਕੇਜਰੀਵਾਲ ਨੇ ਵਿਰੋਧੀ ਪਾਰਟੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਜਦੋਂ ਰਾਜ ਸਭਾ ਦੇ ਵਿੱਚ ਇਸ ਆਰਡੀਨੈਂਸ ਨੂੰ ਇਹ ਬਿੱਲ ਦੇ ਰੂਪ 'ਚ ਲੈ ਕੇ ਆਉਣਗੇ ਤਾਂ ਤੁਸੀਂ ਵੋਟਾਂ ਨਾ ਪਾਇਓ। ਇਸ ਦੇ ਨਾਲ ਹੀ ਕੇਜਰੀਵਾਲ ਨੇ ਇਸ ਮਸਲੇ ਤੇ ਦਿੱਲੀ ਦੇ ਵਿੱਚ ਮਹਾਰੈਲੀ ਕਰਨ ਦਾ ਵੀ ਐਲਾਨ ਕੀਤਾ ਹੈ ਤੇ ਦਾਅਵਾ ਕੀਤਾ ਕਿ ਦਿੱਲੀ ਦੇ ਵਿੱਚ ਜਨਤਾ ਬੀਜੇਪੀ ਨੂੰ 7 ਸੀਟਾਂ ਦੇ ਵਿੱਚੋਂ ਇੱਕ ਵੀ ਸੀਟ ਇਸ ਵਾਰੀ ਨਹੀਂ ਦੇਵੇਗੀ। कोर्ट के बंद होने का इंतजार क्यों कर रहे थे कि जब कोर्ट बंद होगा तब हम अध्यादेश लाएंगे? पहले ले आते। जब कोर्ट की छुट्टियां नहीं चल रही थी, जब कोर्ट खुला था, जिस दिन अध्यादेश आया 3 दिन बाद, 4 दिन बाद, 5 दिन बाद ले आते। क्योंकि ये अंदर दिल के अंदर जानते हैं कि ये अध्यादेश पूरी तरह से गैर कानूनी, गैर संवैधानिक और जनतंत्र के खिलाफ है। इन्हें पूरी तरह से पता था कि अगर सुप्रीम कोर्ट के खुले होते हुए अगर ये अध्यादेश ले आते और हम अगर अगले दिन इसको सुप्रीम कोर्ट में चुनौती देते तो सुप्रीम कोर्ट में ये 5 मिनट भी ये अध्यादेश टिकने वाला नहीं था। ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਕੀਤੀ ਤਾਂ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਪ੍ਰੈਸ ਕਾਨਫਰੰਸ ਕਰਕੇ ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਮੋਦੀ ਸਰਕਾਰ ਦਾ ਇਹ ਤਾਨਾਸ਼ਾਹੀ ਆਰਡੀਨੈਂਸ ਲੋਕਤੰਤਰ ਤੇ ਦੇਸ਼ ਦੇ ਸੰਘੀ ਢਾਂਚੇ ਨੂੰ ਕਮਜ਼ੋਰ ਕਰਨ ਵਾਲਾ ਹੈ। ਤਕਰੀਬਨ 6-7 ਦਿਨ ਸੈਂਟਰ ਸਰਕਾਰ ਨੇ ਕੋਈ ਚੈਲੰਜ ਨਹੀਂ ਕੀਤਾ। ਇਹ ਗੱਲ ਨੋਟ ਕਰਨ ਵਾਲੀ ਆ, ਜਦੋਂ ਪਿਛਲੇ ਕੱਲ ਆਨਰੇਬਲ ਸੁਪਰੀਮ ਕੋਰਟ 'ਚ 6 ਹਫ਼ਤਿਆਂ ਦੀਆਂ ਛੁੱਟੀਆਂ ਹੋ ਗਈਆਂ ਤੇ ਉਸ ਇੱਥੋਂ ਇਹਨਾਂ ਦੀ ਭਾਵਨਾ ਪਤਾ ਲੱਗਦੀ ਹੈ ਭਾਜਪਾ ਸਰਕਾਰ ਦੀ ਕਿ ਸੁਪਰੀਮ ਕੋਰਟ 'ਚ ਛੁੱਟੀਆਂ ਹੋ ਗਈਆਂ, ਹੁਣ ਇੱਕ ਆਰਡੀਨੈਂਸ ਜਾਰੀ ਕਰ ਦਿਓ, ਤਾਨਾਸ਼ਾਹੀ ਫਰਮਾਨ ਜਾਰੀ ਕਰ ਦਿਓ ਜਿਹੜਾ ਕਿ ਸਿੱਧਾ ਕੰਟੈਂਪਟ ਟੂ ਕੋਰਟ ਵੀ ਹੈ, ਫੈਡਰਲ ਸਟਰਕਚਰ ਦੇ ਸਿਧਾਂਤ ਨੂੰ ਵਾਇਲੇਟ ਕਰਦਾ ਹੈ, ਲੋਕਾਂ ਦੀਆਂ ਭਾਵਨਾ ਨੂੰ ਵਾਇਲੇਟ ਕਰਦਾ ਹੈ, ਕਨਸਟੀਟਿਊਸ਼ਨ ਦੀ ਸਪਿਰਿਟ ਨੂੰ ਵਾਇਲੇਟ ਕਰਦਾ ਹੈ ਔਰ ਡੈਮੋਕ੍ਰੈਟਿਕ ਪ੍ਰਣਾਲੀ ਨੂੰ ਕਮਜ਼ੋਰ ਕਰਦਾ ਹੈ। ਉਹ ਇੱਕ ਫਰਮਾਨ ਜਾਰੀ ਕਰਕੇ ਇਹ ਕਹਿਤਾ ਕਿ ਦਿੱਲੀ ਵਿੱਚ ਇੱਕ ਨੈਸ਼ਨਲ ਕੈਪੀਟਲ ਸਰਵਿਸ ਅਥਾਰਟੀ ਹੋਊਗੀ। ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਲਿਆਂਦਾ ਜਿਹੜਾ ਆਰਡੀਨੈਂਸ ਹੈ ਉਹ ਕੇਂਦਰ ਸਰਕਾਰ ਦੀ ਸੱਤਾ ਲਈ ਪੈਦਾ ਹੋਏ ਭੁੱਖੇ ਸੁਭਾਅ ਨੂੰ ਉਜਾਗਰ ਕਰਦਾ ਹੈ। ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਕੀਤੇ ਗਏ ਨਿਆਂ ਦੀ ਕਹਿੰਦੇ ਘੱਟ ਹੀ ਪਰਵਾਹ ਕਰਦੇ ਨੇ। ਇਸ ਆਰਡੀਨੈਂਸ ਦੇ ਨਾਲ ਦਿੱਲੀ ਦਾ ਵਿਕਾਸ ਰੁਕ ਜਾਊਗਾ ਪਰ ਸਾਡੀ ਜਿਹੜੀ ਸਰਕਾਰ ਹੈ ਉਹ ਆਪਣੇ ਚੰਗੇ ਕੰਮ ਜਾਰੀ ਰੱਖੇਗੀ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਡਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਿਆਸੀ ਆਰਡੀਨੈਂਸ ਲਿਆ ਕੇ ਸੁਪਰੀਮ ਕੋਰਟ ਦੇ 5 ਜੱਜਾਂ ਦੇ ਸੰਵਿਧਾਨਿਕ ਬੈਂਚ ਦੇ ਸਰਬ
ਸਰਬਸੰਮਤੀ ਵਾਲੇ ਫੈਸਲੇ ਨੂੰ ਪਲਟਣ ਦੀ ਹਿੰਮਤ ਕੀਤੀ ਹੈ ਤੇ ਆਰਡੀਨੈਂਸ ਦੇਸ਼ ਦੇ ਸੰਘੀ ਢਾਂਚੇ ਤੇ ਚੁਣੀ ਹੋਈ ਸਰਕਾਰ ਦੀਆਂ ਸ਼ਕਤੀਆਂ ਨੂੰ ਤਾਰ-ਤਾਰ ਕਰਨ ਵਾਲਾ ਹੈ। ਸੁਪਰੀਮ ਕੋਰਟ ਅਤੇ ਲੋਕਾਂ ਦੇ ਫਤਵੇ ਦਾ ਇਹ ਅਪਮਾਨ ਹੈ। ਉਧਰ ਬੀਜੇਪੀ ਨੇ ਵੀ ਇਸ ਤੇ ਟਵੀਟ ਕੀਤਾ ਹੈ, ਇਹਨਾਂ ਸਾਰਿਆਂ ਦਾ ਜਵਾਬ ਦਿੱਤਾ ਹੈ। ਬੀਜੇਪੀ ਪੰਜਾਬ ਨੇ ਟਵੀਟ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕਰਦਿਆਂ ਕਿਹਾ ਕਿ ਦਿੱਲੀ ਦੇ ਲੋਕਾਂ ਦੇ ਲਈ ਇੱਕ ਚੰਗਾ ਫੈਸਲਾ ਹੈ। ਕਹਿੰਦੇ ਜਿਸ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਸਰਕਾਰੀ ਅਫਸਰਾਂ ਨੂੰ ਧਮਕਾਉਂਦੇ ਨੇ, ਦੁਰਵਿਵਹਾਰ ਕਰਦੇ ਨੇ, ਭ੍ਰਿਸ਼ਟਾਚਾਰ ਦੀਆਂ ਫਾਈਲਾਂ ਨੂੰ ਨਸ਼ਟ ਕਰਨ 'ਚ ਲੱਗੇ ਹੋਏ ਨੇ, ਇਸ ਦਰਮਿਆਨ ਇਹ ਫੈਸਲਾ ਬਹੁਤ ਹੀ ਮਹੱਤਵਪੂਰਨ ਅਤੇ ਜ਼ਰੂਰੀ ਸੀ ਕਿ ਦਿੱਲੀ ਸਰਕਾਰ ਦੇ ਕੋਲ ਅਧਿਕਾਰ ਘਟ ਜਾਣ ਅਤੇ ਉਪ ਰਾਜਪਾਲ ਦੇ ਕੋਲ ਵੱਧ ਜਾਣ। ਪੰਜਾਬ ਪੁਲਿਸ ਦੇ ਨਾਲ ਜੁੜੀ ਇੱਕ ਅਹਿਮ ਖਬਰ ਤੁਹਾਨੂੰ ਦੱਸ ਦਿੰਦੇ ਹਾਂ, ਜਿਹੜੀ ਕਿ ਚੰਡੀਗੜ੍ਹ ਤੋਂ ਆਈ ਹੈ। ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਪੁਲਿਸ ਲੋਕਾਂ ਦੀ ਰੱਖਿਆ ਕਰਨ ਵਾਸਤੇ ਹੁੰਦੀ ਹੈ, ਪਰ ਜਦੋਂ ਪੁਲਿਸ ਖੁਦ ਹੀ ਚੋਰੀ ਦਾ ਸ਼ਿਕਾਰ ਹੋ ਜਾਵੇ, ਚੋਰਾਂ ਦਾ ਨਿਸ਼ਾਨਾ ਬਣ ਜਾਵੇ, ਤਾਂ ਫਿਰ ਕੀ ਕਹੋਗੇ। ਚੰਡੀਗੜ੍ਹ ਦੇ ਸੈਕਟਰ 1 ਦੇ ਵਿੱਚ ਸਥਿਤ ਪੰਜਾਬ ਆਰਮਡ ਪੁਲਿਸ ਦੀ 82 ਬਟਾਲੀਅਨ ਦੇ ਜੀਓ ਮੈਸ ਤੋਂ ਖਬਰ ਹੈ, ਜਿੱਥੇ ਗੇਟ ਤੋਂ ਕਰੀਬ 3 ਫੁੱਟ ਲੰਬੀ ਤੇ 300 ਕਿਲੋ ਵਜ਼ਨ ਵਾਲੀ ਵਿਰਾਸਤੀ ਤੋਪ ਹੀ ਚੋਰੀ ਹੋ ਗਈ ਹੈ। ਇਹ ਤੋਪ ਆਜ਼ਾਦੀ ਤੋਂ ਪਹਿਲਾਂ ਦੀ ਹੈ। ਇਸ ਨੂੰ ਪ੍ਰਦਰਸ਼ਨੀ ਦੇ ਵਾਸਤੇ ਗੇਟ ਕੋਲ ਰੱਖਿਆ ਹੋਇਆ ਸੀ, ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਇੰਨਾ ਵੱਡਾ ਗੇਟ ਹੋਵੇ, ਉੱਥੋਂ ਦੀ ਪੂਰੀ ਸੜਕ ਵਗਦੀ ਹੋਵੇ ਤੇ ਚੋਰ ਇਹਨੂੰ ਚੋਰੀ ਕਰਕੇ ਕਿਵੇਂ ਲੈ ਗਏ। ਇਹ ਤੋਪ ਲਗਭਗ 1 ਦਹਾਕੇ ਤੋਂ ਇੱਥੇ ਮੌਜੂਦ ਹੈ। ਚੋਰੀ ਦੇ ਇਸ ਮਾਮਲੇ ਦੀ ਜਿਹੜੀ ਸ਼ਿਕਾਇਤ ਹੈ ਉਹ ਸੈਕਟਰ 3 ਦੀ ਥਾਣਾ ਪੁਲਿਸ ਨੇ ਲਿਖੀ। ਆਈਪੀਸੀ ਦੀ ਧਾਰਾ 379 ਤਹਿਤ ਕੇਸ ਦਰਜ ਕਰਕੇ ਤੋਪ ਅਤੇ ਚੋਰਾਂ ਦੀ ਭਾਲ ਹੈ ਜਿਹੜੀ ਉਹ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਤੋਪ ਬਹੁਤ ਭਾਰੀ ਹੈ, ਕੋਈ ਵਿਅਕਤੀ ਇਹਨੂੰ ਕੱਲਾ ਚੋਰੀ ਨਹੀਂ ਕਰ ਸਕਦਾ। ਤੇ ਇਹ ਹੋਰ ਵੀ ਵੱਡੀ ਗੱਲ ਹੈ ਕਿ ਤੋਪ ਚੋਰੀ ਹੋਣ ਦਾ ਖੁਲਾਸਾ 15 ਦਿਨ ਬਾਅਦ ਹੋਇਆ ਹੈ। ਚੋਰੀ ਦੀ ਇਹ ਘਟਨਾ 5 ਤੇ 6 ਮਈ ਦੀ ਰਾਤ ਨੂੰ ਦੱਸੀ ਜਾ ਰਹੀ ਹੈ ਅਤੇ 15 ਦਿਨ ਬਾਅਦ 20 ਮਈ ਨੂੰ ਇਹਦਾ ਪਤਾ ਲੱਗ ਰਿਹਾ ਹੈ। ਇਹ ਬੜੀ ਹੈਰਾਨੀ ਦੀ ਗੱਲ ਹੈ। ਦੱਸਿਆ ਜਾ ਰਿਹਾ ਹੈ ਕਿ ਤੋਪ ਦੇ ਚੋਰੀ ਹੋਣ ਦੀ ਜਾਣਕਾਰੀ 15 ਦਿਨ ਬਾਅਦ ਵੀ ਇੱਕ ਸਬ ਇੰਸਪੈਕਟਰ ਦਵਿੰਦਰ ਕੁਮਾਰ ਨੂੰ ਲੱਗੀ ਤੇ ਉਹਨਾਂ ਨੇ 82 ਬਟਾਲੀਅਨ ਦੇ ਕਮਾਂਡਰ ਬਲਵਿੰਦਰ ਸਿੰਘ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਇਹਦੇ ਵਿੱਚ 4 ਤੋਂ 5 ਲੋਕਾਂ ਦੇ ਕਹਿੰਦੇ ਸ਼ਾਮਿਲ ਹੋਣ ਦੀ ਸੰਭਾਵਨਾ ਹੈ ਚੋਰੀ ਦੀ ਵਾਰਦਾਤ ਦੇ ਵਿੱਚ। ਤੇ ਫਿਰ ਪੀਪੀਐਸ ਅਫਸਰ ਕਮਾਂਡੈਂਟ ਬਲਵਿੰਦਰ ਸਿੰਘ ਦੀ ਸ਼ਿਕਾਇਤ ਤੇ ਥਾਣਾ ਪੁਲਿਸ ਨੇ ਇੱਕ ਕੇਸ ਦਰਜ ਕੀਤਾ ਹੈ। ਦਰਅਸਲ ਇਹ ਹੈਰੀਟੇਜ ਤੋਪ ਪੰਜਾਬ ਆਰਮਸ ਪੁਲਿਸ ਦੀ ਕਾਫੀ ਅਹਿਮ ਵਿਰਾਸਤ ਹੈ। ਇਹਨੂੰ ਤਕਰੀਬਨ 1.5 ਸਾਲ ਪਹਿਲਾਂ 82 ਬਟਾਲੀਅਨ ਦੇ ਸਟੋਰ ਰੂਮ ਤੋਂ ਸ਼ਿਫਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇੱਕ ਵਾਰੀ ਮੁੜ ਤੋਂ ਲੋਕਾਂ ਦੇ ਸਾਹਮਣੇ ਪ੍ਰਦਰਸ਼ਨ ਕਰਨ ਦੇ ਲਈ ਇਹਨੂੰ ਰੱਖਿਆ ਗਿਆ। ਦੂਰੋਂ ਲੋਕ ਇਸ ਤੋਪ ਨੂੰ ਦੇਖਣ ਲਈ ਆਉਂਦੇ ਸਨ, ਪਰ ਹੁਣ ਇਹ ਗਾਇਬ ਹੋ ਚੁੱਕੀ ਹੈ। ਹੁਣ ਦੇਖਣਾ ਹੋਏਗਾ ਕਿ ਪੰਜਾਬ ਪੁਲਿਸ ਆਪਣੀ ਚੋਰੀ ਹੋਈ ਵਿਰਾਸਤੀ ਚੀਜ਼ ਨੂੰ ਕਦੋਂ ਤੱਕ ਲੱਭ ਕੇ ਲਿਆਉਂਦੀ ਹੈ। ਸਿੱਖਾਂ ਦੇ ਪਵਿੱਤਰ ਧਾਰਮਿਕ ਸਥਾਨ ਉੱਤਰਾਖੰਡ ਦੇ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸ਼ਨੀਚਰਵਾਰ 20 ਮਈ ਨੂੰ ਖੁੱਲ੍ਹ ਗਏ ਨੇ। ਵੱਡੀ ਗਿਣਤੀ ਵਿੱਚ ਸੰਗਤ ਨੇ ਜੈਕਾਰਿਆਂ ਦੇ ਨਾਲ ਇਸ ਯਾਤਰਾ ਦਾ ਆਗਾਜ਼ ਕੀਤਾ ਅਤੇ ਸ਼੍ਰੀ ਹੇਮਕੁੰਟ ਸਾਹਿਬ ਦੀ ਪਵਿੱਤਰ ਧਰਤੀ ਤੇ ਜਾ ਕੇ ਮੱਥਾ ਟੇਕਿਆ। 17 ਮਈ ਨੂੰ ਪਹਿਲਾ ਜਥਾ ਰਵਾਨਾ ਹੋਇਆ ਸੀ ਗੁਰਦੁਆਰਾ ਰਿਸ਼ੀਕੇਸ਼ ਸਾਹਿਬ ਤੋਂ, ਜਿਹਦੇ ਵਿੱਚ ਕਰੀਬ 2000 ਸ਼ਰਧਾਲੂ ਸਨ ਅਤੇ ਚੌਥੇ ਦਿਨ ਇਹ ਜਥਾ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਪਹੁੰਚ ਗਿਆ ਹੈ, ਜਿੱਥੇ ਪੂਰਨ ਸ਼ਰਧਾ ਤੇ ਸਤਿਕਾਰ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦਾ ਪ੍ਰਕਾਸ਼ ਕੀਤਾ ਗਿਆ। ਸੁਖਮਨੀ ਸਾਹਿਬ ਦੇ ਪਾਠ ਤੋਂ ਬਾਅਦ ਅਰਦਾਸ ਕੀਤੀ ਗਈ ਤੇ ਕੀਰਤਨ ਆਰੰਭ ਹੋਇਆ। ਸ਼ਰਧਾਲੂਆਂ ਦਾ ਜਥਾ ਸਵੇਰੇ ਗੋਬਿੰਦ ਧਾਮ ਤੋਂ ਪੈਦਲ ਰਵਾਨਾ ਹੋਇਆ। ਬੈਂਡ ਬਾਜਿਆਂ ਦੀਆਂ ਧੁਨਾਂ ਤੇ ਕੀਰਤਨ ਦੀ ਮਿੱਠੀ ਧੁਨੀ ਦੇ ਨਾਲ ਸ਼੍ਰੀ ਹੇਮਕੁੰਟ ਸਾਹਿਬ ਪਹੁੰਚਿਆ। ਸਭ ਤੋਂ ਪਹਿਲਾਂ ਸੰਗਤ ਨੇ ਗੁਰੂ ਘਰ ਦੇ ਦਰਸ਼ਨ ਕੀਤੇ। ਇੱਥੇ ਜੋ ਸਰੋਵਰ ਹੈ ਪਵਿੱਤਰ ਹੇਮਕੁੰਟ ਸਰੋਵਰ, ਉੱਥੇ ਇਸ਼ਨਾਨ ਕੀਤਾ। ਇਸ ਵਕਤ ਤੁਹਾਨੂੰ ਦੱਸ ਦਈਏ ਕਿ ਉੱਥੇ ਪੂਰੀ ਤਰ੍ਹਾਂ ਦੇ ਨਾਲ ਬਰਫ਼ ਦੇ ਵਿੱਚ ਹੀ ਜਿਹੜਾ ਗੁਰੂ ਘਰ ਹੈ ਉਹ ਆਸ-ਪਾਸ ਲਿਪਟਿਆ ਹੋਇਆ। ਹਾਲਾਂਕਿ ਗੁਰਦੁਆਰਾ ਸਾਹਿਬ ਦੇ ਉੱਪਰੋਂ ਅਤੇ ਅੰਦਰੋਂ ਸਾਰੇ ਕਿਤੋਂ ਬਰਫ਼ ਹਟਾ ਦਿੱਤੀ ਗਈ ਹੈ, ਪਰ ਜਿਹੜਾ ਹੇਮਕੁੰਟ ਸਰੋਵਰ ਹੁੰਦਾ ਹੈ ਉਹਦੇ ਵਿੱਚ ਤਕਰੀਬਨ ਬਰਫ਼ ਜੰਮੀ ਹੀ ਰਹਿੰਦੀ ਹੈ। ਕੁਝ ਸਮੇਂ ਬਾਅਦ ਜਾ ਕੇ ਠੀਕ ਹੋਏਗੀ। ਤੇ ਖੂਬਸੂਰਤ ਤਸਵੀਰਾਂ ਨੇ ਜਿਹੜੀਆਂ ਉਹ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਪ੍ਰਸ਼ਾਸਨ ਨੇ ਵੀ ਸੰਗਤਾਂ ਦੀ ਜਿਹੜੀ ਆਮਦ ਨੂੰ ਲੈ ਕੇ ਤਿਆਰੀਆਂ ਮੁਕੰਮਲ ਕੀਤੀਆਂ ਹੋਈਆਂ ਨੇ, ਕਿਉਂਕਿ ਸੰਗਤ ਲਗਾਤਾਰ 3 ਮਹੀਨੇ ਹੁਣ ਇਸ ਅਸਥਾਨ ਦੇ ਦਰਸ਼ਨਾਂ ਦੇ ਲਈ ਜਾਵੇਗੀ ਤੇ ਯਾਤਰਾ ਦੌਰਾਨ ਸੰਗਤਾਂ ਨੂੰ ਸਾਵਧਾਨੀ ਵਰਤਣ ਦੀ ਹਦਾਇਤ ਵੀ ਕੀਤੀ ਗਈ ਹੈ। ਜਿਹੜੇ ਕਿਸੇ ਵੀ ਬਿਮਾਰੀ ਤੋਂ ਜਿਹੜੇ ਪੀੜਤ ਲੋਕ ਨੇ, ਮਰੀਜ਼ ਨੇ, ਖਾਸ ਕਰਕੇ ਸਾਹ ਦੀ ਬਿਮਾਰੀ ਤੋਂ ਪੀੜਤ ਨੇ ਜਾਂ ਫਿਰ ਬਜ਼ੁਰਗ ਨੇ ਜਾਂ ਫਿਰ ਬੱਚੇ ਨੇ, ਉਹਨਾਂ ਨੂੰ ਹਾਲ ਦੀ ਘੜੀ ਇੱਥੇ ਨਾ ਆਉਣ ਦੀ ਸਲਾਹ ਹੈ ਜਿਹੜੀ ਉਹ ਪ੍ਰਸ਼ਾਸਨ ਨੇ ਦਿੱਤੀ ਹੈ। ਇਹ ਸਾਰੀ ਜਾਣਕਾਰੀ ਸਾਨੂੰ ਹੇਮਕੁੰਟ ਸਾਹਿਬ ਟਰੱਸਟ ਦੇ ਚੇਅਰਮੈਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦਿੱਤੀ ਹੈ। ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਇਸ ਖਾਸ ਟਾਪ ਨਿਊਜ਼ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਐਮਰਜੈਂਸੀ ਬੁਲੇਟਿਨ ਦੇ ਵਿੱਚ ਪੰਜਾਬ, ਭਾਰਤ ਤੇ ਦੁਨੀਆ ਭਰ ਦੀਆਂ ਖਬਰਾਂ ਦੇ ਨਾਲ ਫਿਰ ਮਿਲਾਂਗੇ। ਧੰਨਵਾਦ।